ਕਿੰਨਾ ਸੋਹਣਾ ਨਜ਼ਾਰਾ ਹੈ ਜਿਹੜਾ ਹਰ ਸ਼ਾਮ ਨੂੰ ਪਰਮੇਸ਼ਰ ਦਿਖਾਉਂਦਾ ਹੈ। ਇਹ ਮੈਨੂੰ ਉਸ ਦੇ ਮਹਾਨ ਪਿਆਰ ਦੀ ਯਾਦ ਦਿਵਾਉਂਦਾ ਹੈ। ਉਸ ਦਾ ਕਿੰਨਾ ਪਿਆਰ ਮੇਰੇ ਲਈ ਅਤੇ ਤੁਹਾਡੇ ਲਈ ਹੈ। ਪਰਮੇਸ਼ਵਰ ਜਿਸ ਨੇ ਇਹ ਸਭ ਰਚਿਆ ਹੈ, ਮੈਨੂੰ ਸ਼ੱਕ ਹੈ ਉਸਨੇ ਮੈਨੂੰ ਦੇਖਿਆ ਵੀ ਹੈ ਅਤੇ ਥੋੜਾ ਬਹੁਤ ਮੈਨੂੰ ਜਾਣਦਾ ਵੀ ਹੈ। ਸ਼ਾਇਦ ਅਤ ਮਹਾਨ ਪਰਮੇਸ਼ਵਰ ਤਾਂ ਕਿਸੇ ਪਵਿੱਤਰ ਮਨੁੱਖ ਨਾਲ ਹੀ ਪਿਆਰ ਕਰੇਗਾ, ਪਰ ਮੇਰੇ ਵਰਗੀ ਨਾਲ ਨਹੀਂ। ਰਿਬਕਾ, ਜੇ ਤੂੰ ਸਾਡੇ ਨਾਲ ਉਦੋਂ ਹੁੰਦੀ ਜਦੋਂ ਉਸਨੇ ਸਾਨੂੰ ਸਿਖਾਇਆ ਸੀ। ਗੁਰੂ ਯੇਸੂ, ਸਫੀਰਾ, ਉਹਦੇ ਬਾਰੇ ਦੱਸੇਂਗੀ? ਕਿਰਪਾ ਕਰਕੇ ਸਾਨੂੰ ਆਪਣੀ ਕਹਾਣੀ ਦੱਸੋ। ਹਾਂ, ਮੈਂ ਦੱਸਾਂਗੀ। ਅੰਦਰ ਆ। ਠੀਕ ਹੈ, ਸਾਨੂੰ ਮੁੱਢ ਤੋਂ ਹੀ ਸ਼ੁਰੂ ਕਰਨੀ ਚਾਹੀਦੀ ਹੈ। ਜਦ ਤੁਸੀਂ ਯਿਸੂ ਨੂੰ ਮਿਲੇ? ਨਹੀਂ, ਯਿਸੂ ਦੀ ਕਹਾਣੀ ਨੂੰ ਸਮਝਣ ਲਈ ਸਾਨੂੰ ਬਿਲਕੁਲ ਮੁੱਢ ਤੋਂ ਸ਼ੁਰੂ ਕਰਨਾ ਪਵੇਗਾ, ਜਿਵੇਂ ਪਵਿੱਤਰ ਸ਼ਾਸਤਰ ਸਾਨੂੰ ਸਿਖਾਉਂਦਾ ਹੈ। ਆਦਿ ਵਿੱਚ ਪਰਮੇਸ਼ਰ ਨੇ ਧਰਤੀ ਤੇ ਸਾਰੇ ਜਾਨਵਰਾਂ, ਪੰਛੀਆਂ ਤੇ ਸਮੁੰਦਰ ਦੇ ਜੰਤੂਆਂ ਦੀ ਰਚਨਾ ਕੀਤੀ ਹੈ। ਮਿੱਟੀ ਤੋਂ ਉਸਨੇ ਪਹਿਲੇ ਮਨੁੱਖ ਨੂੰ ਬਣਾਇਆ ਤੇ ਉਸਨੇ ਉਸ ਦੀਆਂ ਨਾਸਾਂ ਵਿੱਚ ਜ਼ਿੰਦਗੀ ਦਾ ਸਾਹ ਫੂਕਿਆ। ਪਹਿਲਾ ਮਨੁੱਖ ਆਦਮ ਕਹਿਲਾਇਆ। ਪਰਮੇਸ਼ਵਰ ਨੇ ਕਿਹਾ ਕਿ ਆਦਮ ਦਾ ਇਕੱਲਾ ਰਹਿਣਾ ਠੀਕ ਨਹੀਂ, ਮੈਂ ਉਸਦੇ ਲਈ ਇੱਕ ਜੀਵਨ ਸਾਥੀ ਬਣਾਵਾਂਗਾ। ਇਸ ਲਈ ਪਰਮੇਸ਼ਵਰ ਨੇ ਆਦਮ ਦੀ ਇੱਕ ਪਸਲੀ ਲਈ ਅਤੇ ਉਸ ਤੋਂ ਉਸਨੇ ਇੱਕ ਔਰਤ ਬਣਾਈ ਜਿਸ ਦਾ ਨਾਮ ਹਵਾ ਰੱਖਿਆ। ਆਦਮ ਅਤੇ ਹਵਾ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਸੁੰਦਰ ਬਗੀਚੇ 'ਚ ਰਹੇ ਜੋ ਅਦਨ ਕਹਿਲਾਉਂਦਾ ਸੀ। ਪਰਮੇਸ਼ਵਰ ਬਗੀਚੇ ਵਿੱਚ ਉਹਨਾਂ ਨਾਲ ਬੋਲਦਾ ਅਤੇ ਚੱਲਦਾ ਫਿਰਦਾ ਸੀ ਤੇ ਉੱਥੇ ਕੋਈ ਕਸ਼ਟ, ਦਬਾਅ ਤੇ ਮੌਤ ਨਹੀਂ ਸੀ। ਪਰਮੇਸ਼ਵਰ ਨੇ ਆਦਮ ਨੂੰ ਕਿਹਾ ਕਿ ਤੁਸੀਂ ਬਗੀਚੇ ਦੇ ਸਾਰਿਆਂ ਦਰਖਤਾਂ ਤੋਂ ਖਾ ਸਕਦੇ ਹੋ ਸਿਵਾਏ ਭਲੇ ਤੇ ਬੁਰੇ ਗਿਆਨ ਦੇ ਦਰਖਤ ਤੋਂ। ਜੇਕਰ ਤੁਸੀਂ ਇਸ ਦਰਖਤ ਤੋਂ ਖਾਓਗੇ ਤਾਂ ਜ਼ਰੂਰ ਮਰੋਗੇ। ਪਰ ਇੱਕ ਦਿਨ ਸ਼ੈਤਾਨ ਨੇ ਹਵਾ ਨੂੰ ਭਰਮਾਇਆ। ਉਸਨੇ ਫਲ ਤੋੜਿਆ ਅਤੇ ਉਸ ਨੂੰ ਖਾਧਾ। ਉਸਨੇ ਥੋੜਾ ਜਿਹਾ ਆਪਣੇ ਪਤੀ ਨੂੰ ਵੀ ਦਿੱਤਾ ਜਿਹੜਾ ਉਸ ਦੇ ਨਾਲ ਸੀ ਤੇ ਉਸਨੇ ਉਹਨੂੰ ਖਾ ਲਿਆ। ਆਦਮ ਅਤੇ ਹਵਾ ਦੀ ਨਾਫਰਮਾਨੀ ਦੇ ਸ਼ਰਮਨਾਕ ਕੰਮ ਨੇ ਬਗੀਚੇ ਦੀ ਸ਼ਾਂਤੀ, ਆਦਮੀ ਤੇ ਔਰਤ ਦੇ ਵਿਚਕਾਰ ਦੀ ਸ਼ਾਂਤੀ ਅਤੇ ਉਹਨਾਂ ਦੇ ਤੇ ਪਰਮੇਸ਼ਵਰ ਦੇ ਵਿਚਕਾਰ ਦੀ ਸ਼ਾਂਤੀ ਖਤਮ ਕਰ ਦਿੱਤੀ। ਮਨੁੱਖ ਜ਼ਿੰਦਗੀ ਭਰ ਕੜੀ ਮਿਹਨਤ ਕਰਨ ਲਈ ਸਰਾਪਿਤ ਕੀਤਾ ਗਿਆ। ਔਰਤ ਦੇ ਬੱਚਾ ਜੰਮਣ ਦੀ ਪੀੜਾ ਨੂੰ ਵਧਾਇਆ ਗਿਆ ਤੇ ਉਸ ਦਾ ਪਤੀ ਉਸ ਤੇ ਰਾਜ ਕਰੇ। ਪਰ ਪਰਮੇਸ਼ਵਰ ਨੇ ਇੱਕ ਵਾਅਦਾ ਵੀ ਕੀਤਾ ਸੀ ਕਿ ਇੱਕ ਦਿਨ ਔਰਤ ਦੀ ਔਲਾਦ ਸ਼ੈਤਾਨ ਦੇ ਸਿਰ ਨੂੰ ਕੁਚਲੇਗੀ। ਪਵਿੱਤਰ ਸ਼ਾਸਤਰ ਵਿੱਚ ਤਰਸਯੋਗ ਪਰਮੇਸ਼ਵਰ ਆਪਣੀ ਰਚਨਾ ਲਈ ਸ਼ਾਂਤੀ ਤੇ ਆਦਰ ਦੀ ਯੋਜਨਾ ਨੂੰ ਸੰਭਾਲਣ ਲਈ ਕਹਿੰਦਾ ਹੈ। ਉਸਨੇ ਇਸ ਯੋਜਨਾ ਦੇ ਹਿੱਸੇ ਨੂੰ ਇਬਰਾਹਿਮ ਨਬੀ ਤੇ ਪ੍ਰਗਟ ਕੀਤਾ। ਇਬਰਾਹਿਮ ਨੇ ਪਰਮੇਸ਼ਵਰ ਤੇ ਭਰੋਸਾ ਤੇ ਉਸ ਦਾ ਆਦਰ ਕੀਤਾ ਅਤੇ ਪਰਮੇਸ਼ਵਰ ਨੇ ਇਬਰਾਹਿਮ ਨੂੰ ਅਸੀਸ ਦੇਣ ਦਾ ਅਤੇ ਉਸ ਦੇ ਦੁਆਰਾ ਸਾਰੇ ਦੇਸ਼ ਦੇ ਲੋਕਾਂ ਨੂੰ ਅਸੀਸ ਦੇਣ ਦਾ ਵਾਅਦਾ ਕੀਤਾ। ਇੱਕ ਦਿਨ ਪਰਮੇਸ਼ਵਰ ਨੇ ਇਬਰਾਹਿਮ ਨੂੰ ਪਰਖਿਆ ਤੇ ਕਿਹਾ ਕਿ ਆਪਣੇ ਪੁੱਤਰ ਨੂੰ ਲੈ ਤੇ ਉਸ ਦੀ ਕੁਰਬਾਨੀ ਦੇ। ਇਬਰਾਹਿਮ ਜਾਣਦਾ ਸੀ ਕਿ ਉਸ ਦੇ ਪੁੱਤਰ ਦੇ ਦੁਆਰਾ ਹੀ ਪਰਮੇਸ਼ਵਰ ਨੇ ਉਸ ਨੂੰ ਬੇਸ਼ੁਮਾਰ ਔਲਾਦ ਦੇਣ ਦਾ ਵਾਅਦਾ ਕੀਤਾ ਸੀ ਅਤੇ ਸਾਰਿਆਂ ਦੇਸ਼ਾਂ ਨੂੰ ਅਸੀਸ ਦੇਣ ਦਾ ਵੀ। ਤਾਂ ਉਸਨੇ ਪਰਮੇਸ਼ਵਰ ਤੇ ਭਰੋਸਾ ਰੱਖਿਆ ਅਤੇ ਆਗਿਆ ਮੰਨੀ। ਪਰਮੇਸ਼ਵਰ ਨੇ ਕਿਹਾ, ਇਬਰਾਹਿਮ, ਹੁਣ ਮੈਂ ਜਾਣਦਾ ਹਾਂ ਕਿ ਤੂੰ ਮੇਰੀ ਆਗਿਆ ਮੰਨੀ ਕਿਉਂਕਿ ਤੂੰ ਆਪਣੇ ਪਿਆਰੇ ਪੁੱਤਰ ਨੂੰ ਵੀ ਮੇਰੇ ਤੋਂ ਅਲੱਗ ਨਾ ਰੱਖਿਆ। ਇਬਰਾਹਿਮ ਨੇ ਕੋਲ ਹੀ ਇੱਕ ਮੇਮਨਾ ਦੇਖਿਆ ਤੇ ਆਪਣੇ ਪੁੱਤਰ ਦੇ ਬਦਲੇ ਉਸ ਦਾ ਬਲੀਦਾਨ ਦਿੱਤਾ।
ਇਬਰਾਹਿਮ ਦੇ ਪੁੱਤਰ ਦੇ ਬਦਲੇ ਮੇਮਨੇ ਦੀ ਬਲੀ ਪਰਮੇਸ਼ਵਰ ਦੀ ਵੱਡੀ ਯੋਜਨਾ ਦੀ ਇੱਕ ਛੋਟੀ ਜਿਹੀ ਝਲਕ ਹੈ। ਇਹ ਯੋਜਨਾ ਪਾਪ, ਸਰਾਪ ਅਤੇ ਮੌਤ ਦਾ ਨਾਸ਼ ਕਰੇਗੀ ਤੇ ਆਦਮੀ ਅਤੇ ਔਰਤ ਦੇ ਰਿਸ਼ਤੇ ਨੂੰ ਆਪਣੇ ਨਾਲ ਜੋੜੇਗੀ। ਨਾਸਰਤ ਵਿੱਚ ਇੱਕ ਜਵਾਨ ਲੜਕੀ ਰਹਿੰਦੀ ਸੀ ਜਿਸ ਦਾ ਯੂਸੁਫ ਨਾਮ ਦੇ ਆਦਮੀ ਨਾਲ ਵਿਆਹ ਹੋਣਾ ਸੀ। ਉਸ ਦਾ ਨਾਮ ਮਰੀਮ ਸੀ। ਪ੍ਰਭੂ ਤੇਰੇ ਨਾਲ ਹੈ ਅਤੇ ਉਸਨੇ ਤੈਨੂੰ ਮਹਾਨ ਅਸੀਸ ਦਿੱਤੀ। ਡਰ ਨਾ ਮਰੀਮ, ਪ੍ਰਭੂ ਤੇਰੇ ਤੇ ਦਿਆਲੂ ਹੈ। ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਬਾਲਕ ਨੂੰ ਜਨਮੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀ। ਇਹ ਕਿਵੇਂ ਹੋ ਸਕਦਾ ਹੈ? ਮੈਂ ਤਾਂ ਕੁਆਰੀ ਹਾਂ। ਪਵਿੱਤਰ ਆਤਮਾ ਆਵੇਗਾ ਅਤੇ ਪਰਮੇਸ਼ਰ ਦਾ ਸਮਰਥ ਤੇਰੇ ਉੱਤੇ ਉਤਰੇਗਾ। ਜਿਹੜਾ ਬੱਚਾ ਤੂੰ ਜਨੇਗੀ ਉਹ ਅਤੀ ਮਹਾਨ ਹੋਵੇਗਾ ਤੇ ਅਤੀ ਮਹਾਨ ਪਰਮੇਸ਼ਵਰ ਦਾ ਪੁੱਤਰ ਕਹਾਵੇਗਾ। ਇੱਥੋਂ ਤੱਕ ਕਿ ਅਲਿਸ਼ਬਾ ਤੇਰੀ ਰਿਸ਼ਤੇਦਾਰ ਵੀ ਆਪਣੇ ਬੁਢਾਪੇ ਵਿੱਚ ਬੱਚਾ ਜਣੇਗੀ ਅਤੇ ਜਿਹੜੀ ਬਾਂਝ ਕਹਾਉਂਦੀ ਸੀ ਉਸ ਨੂੰ 6ਵਾਂ ਮਹੀਨਾ ਲੱਗਾ ਏ, ਕਿਉਂਕਿ ਪਰਮੇਸ਼ਵਰ ਦੇ ਲਈ ਕੁਝ ਵੀ ਅਸੰਭਵ ਨਹੀਂ। ਮੈਂ ਪ੍ਰਭੂ ਦੀ ਦਾਸੀ ਹਾਂ। ਤੇਰੇ ਕਹੇ ਅਨੁਸਾਰ ਹੀ ਮੇਰੇ ਨਾਲ ਵਾਪਰੇ। ਇਸ ਲਈ ਮਰੀਮ ਆਪਣੀ ਚਚੇਰੀ ਭੈਣ ਅਲਿਸ਼ਬਾ ਨੂੰ ਮਿਲਣ ਗਈ। ਅਲਿਸ਼ਬਾ, मरियम, बहन मरियम। ਓਹ, ਇਹ ਸੱਚ ਹੈ। ਪਰ ਤੂੰ ਦੁਨੀਆ ਦੀਆਂ ਸਾਰੀਆਂ ਔਰਤਾਂ ਵਿੱਚੋਂ ਧਨ ਹੈ ਅਤੇ ਧਨ ਉਹ ਬੱਚਾ ਜਿਸ ਨੂੰ ਤੂੰ ਜੰਮੇਂਗੀ। ਇਹ ਮਹਾਨ ਕੰਮ ਮੇਰੇ ਨਾਲ ਕਿਉਂ ਹੋਇਆ ਕਿ ਮੇਰੇ ਪ੍ਰਭੂ ਦੀ ਮਾਤਾ ਮੈਨੂੰ ਮਿਲਣ ਆਈ। ਜਿਵੇਂ ਹੀ ਮੈਂ ਤੇਰਾ ਪੈਗਾਮ ਸੁਨਿਆ, ਬੱਚਾ ਮਾਰੇ ਖੁਸ਼ੀ ਦੇ ਮੇਰੇ ਗਰਭ ਵਿੱਚ ਉਛਲ ਪਿਆ। ਮੇਰੀ ਜਾਨ ਪ੍ਰਭੂ ਦੀ ਵਡਿਆਈ ਕਰਦੀ ਹੈ ਤੇ ਮੇਰੀ ਰੂਹ ਮੇਰੇ ਮੁਕਤੀਦਾਤਾ ਤੋਂ ਬਹੁਤ ਖੁਸ਼ ਹੋਈ, ਕਿਉਂ ਜੋ ਉਸਨੇ ਆਪਣੀ ਬੰਦੀ ਦੀ ਅਧੀਨਗੀ ਉੱਤੇ ਨਿਗਾਹ ਕੀਤੀ। ਦੇਖੋ, ਹੁਣ ਤੋਂ ਅੱਗੇ ਸਾਰੀਆਂ ਪੀੜ੍ਹੀਆਂ ਮੈਨੂੰ ਧੰਨ ਆਖਣਗੀਆਂ। ਸਵੀਕਾਰ ਕਰ ਲੈਂਦਾ ਹੈ। ਯਸੂ ਦਾ ਜਨਮ ਬੈਤਲਹਮ ਵਿੱਚ ਅਜਿਹੀ ਜਗ੍ਹਾ ਤੇ ਹੋਇਆ ਜਿੱਥੇ ਜਾਨਵਰ ਰੱਖੇ ਜਾਂਦੇ ਸੀ, ਕਿਉਂਕਿ ਮਰੀਮ ਅਤੇ ਯੂਸੁਫ ਲਈ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਵਿੱਚ ਜਗ੍ਹਾ ਨਹੀਂ ਸੀ ਅਤੇ ਦੂਤਾਂ ਦੇ ਝੁੰਡ ਨੇ ਉਸ ਦੇ ਜਨਮ ਦੀ ਘੋਸ਼ਣਾ ਕੀਤੀ। ਜਦ ਬੱਚੇ ਦੇ ਨਾਮਕਰਨ ਦਾ ਸਮਾਂ ਆਇਆ ਤਾਂ ਉਸ ਨੂੰ ਯਸੂ ਨਾਮ ਦਿੱਤਾ ਗਿਆ, ਜਿਸ ਦਾ ਮਤਲਬ ਹੈ ਬਚਾਉਣ ਵਾਲਾ। ਅਤੇ ਮਰੀਮ ਅਤੇ ਯੂਸੁਫ ਬੱਚੇ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਲੈ ਗਏ। ਜਦ ਮੈਂ ਉਸ ਦੀ ਕਹਾਣੀ ਸੁਣੀ, ਮੈਂ ਜਾਣਦੀ ਸੀ ਕਿ ਯਸੂ ਸਧਾਰਨ ਨਬੀਆਂ ਤੋਂ ਵੱਧ ਹੋਵੇਗਾ। ਸਵਰਗਦੂਤ ਦਾ ਕੀ ਮਤਲਬ ਸੀ ਜਦ ਯਸੂ ਸਰਵ ਸ੍ਰਿਸ਼ਟੀਮਾਨ ਸੀ? ਸੱਚਮੁੱਚ ਤੁਹਾਡਾ ਮਤਲਬ ਇਹ ਨਹੀਂ ਕਿ ਪਰਮੇਸ਼ਵਰ ਦਾ ਕਿਸੇ ਔਰਤ ਨਾਲ ਸੰਬੰਧ ਹੈ? ਨਹੀਂ 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 ਨਹੀਂ, ਯਾਦ ਰੱਖੋ ਕਿ ਮਰੀਮ ਕੁਆਰੀ ਸੀ। ਯਿਸੂ ਦਾ ਗਰਭ ਵਿੱਚ ਜਾਣਾ ਸੱਚੀ ਮੁੱਚੀ ਪਰਮੇਸ਼ਵਰ ਦਾ ਚਮਤਕਾਰ ਸੀ। ਪਰਮੇਸ਼ਵਰ ਕੁਝ ਵੀ ਕਰਨ ਦੇ ਯੋਗ ਹੈ। ਤੁਸੀਂ ਉਹਦਾ ਯਕੀਨ ਨਹੀਂ ਕਰਦੇ। ਉਸ ਦੀ ਚਮਤਕਾਰੀ ਸ਼ੁਰੂਆਤ ਦੇ ਕਾਰਨ ਯਸੂ ਤੁਹਾਡੇ ਅਤੇ ਮੇਰੇ ਵਰਗੀ ਔਰਤ ਤੋਂ ਪੈਦਾ ਹੋਇਆ। ਫਿਰ ਵੀ ਉਹ ਬਹੁਤ ਵੱਧ ਕੇ ਸੀ। ਆਪਣੇ ਪਾਪਾਂ ਤੋਂ ਤੌਬਾ ਕਰੋ ਅਤੇ ਬਪਤਿਸਮਾ ਲਵੋ। ਪਰਮੇਸ਼ਵਰ ਤੁਹਾਡੇ ਪਾਪਾਂ ਨੂੰ ਮਾਫ ਕਰੇਗਾ। ਪਰਮੇਸ਼ਵਰ ਨੇ ਆਪ ਹੀ ਇਸ ਬਾਰੇ ਬੋਲਿਆ ਜਦ ਅਲਿਸ਼ਬਾ ਦਾ ਪੁੱਤਰ ਯਹੂਨਾ ਬਪਤਿਸਮਾ ਦੇਣ ਵਾਲਾ ਅਤੇ ਆਦਮੀਆਂ ਤੇ ਔਰਤਾਂ ਨੂੰ ਯਰਦਨ ਨਦੀ ਵਿੱਚ ਬਪਤਿਸਮਾ ਦੇ ਰਿਹਾ ਸੀ। ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਕੋਈ ਆ ਰਿਹਾ ਹੈ ਜਿਹੜਾ ਮੇਰੇ ਨਾਲੋਂ ਕਿਤੇ ਮਹਾਨ ਹੈ। ਮੈਂ ਤਾਂ ਉਸ ਦੀ ਚੁੱਟੀ ਦੇ ਬੰਦ ਖੋਲਣ ਦੇ ਵੀ ਲਾਇਕ ਨਹੀਂ।
ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। ਉਸ ਦਾ ਛੱਜ ਉਸ ਦੇ ਕੋਲ ਹੈ। ਉਹ ਫੂਸ ਨੂੰ ਉਡਾਏਗਾ ਅਤੇ ਦਾਣੇ ਨੂੰ ਇਕੱਠਾ ਕਰਕੇ ਕੋਠੜੀ ਵਿੱਚ ਰੱਖੇਗਾ। ਅਤੇ ਪਵਿੱਤਰ ਆਤਮਾ ਕਬੂਤਰ ਦੇ ਨਿਆਈ ਉਸ ਉੱਤੇ ਉਤਰਿਆ ਅਤੇ ਸਵਰਗ ਤੋਂ ਇੱਕ ਆਵਾਜ਼ ਆਈ ਅਤੇ ਕਿਹਾ, ਤੂੰ ਮੇਰਾ ਪਿਆਰਾ ਪੁੱਤਰ ਹੈ, ਮੈਂ ਤੇਥੋਂ ਖੁਸ਼ ਹਾਂ। ਬਪਤਿਸਮਾ ਲੈਣ ਤੋਂ ਬਾਅਦ ਯਿਸੂ ਅਧਿਕਾਰ ਨਾਲ ਜਗ੍ਹਾ-ਜਗ੍ਹਾ ਧਾਰਮਿਕ ਸਿੱਖਿਆ ਤੇ ਉਪਦੇਸ਼ ਦਿੰਦਾ ਗਿਆ। ਕੀ ਇਹ ਮਰੀਮ ਦਾ ਪੁੱਤਰ ਨਹੀਂ? हाँ वही है। ਚੁੱਪ ਕਰੋ। ਪ੍ਰਭੂ ਦੀ ਆਤਮਾ ਮੇਰੇ ਉੱਤੇ ਹੈ, ਕਿਉਂਕਿ ਉਸਨੇ ਮੈਨੂੰ ਚੁਣਿਆ ਹੈ ਤਾਂ ਜੋ ਗਰੀਬਾਂ ਲਈ ਖੁਸ਼ਖਬਰੀ ਲਿਆ ਸਕਾਂ। ਉਸਨੇ ਮੈਨੂੰ ਬੰਧੂਆਂ ਨੂੰ ਛਡਾਉਣ ਅਤੇ ਅੰਨ੍ਹਿਆਂ ਨੂੰ ਦ੍ਰਿਸ਼ਟੀ ਦੇਣ ਲਈ ਭੇਜਿਆ ਹੈ, ਕੁਚਲਿਆਂ ਹੋਇਆਂ ਨੂੰ ਛਡਾਉਣ ਲਈ ਭੇਜਿਆ ਹੈ, ਅਤੇ ਇਸ ਗੱਲ ਦੀ ਘੋਸ਼ਣਾ ਕਰਨ ਲਈ ਕਿ ਸਮਾਂ ਆ ਗਿਆ ਹੈ ਕਿ ਜਦ ਪਰਮੇਸ਼ਵਰ ਆਪਣੇ ਲੋਕਾਂ ਨੂੰ ਬਚਾਏਗਾ। ਇਹ ਚੰਗਾ ਬੋਲਦਾ ਹੈ। ਧਰਮ ਸ਼ਾਸਤਰ ਦਾ ਇਹ ਲੇਖ ਅੱਜ ਸੱਚ ਹੋਇਆ ਜਦ ਤੁਸੀਂ ਇਸ ਨੂੰ ਪੜ੍ਹਦੇ ਹੋਏ ਸੁਣਿਆ। ਧਰਮ ਸ਼ਾਸਤਰ ਸੱਚ ਹੋਇਆ। ਪਰ ਕੇਵਲ ਮਸੀਹ ਹੀ ਉਸ ਵਾਅਦੇ ਨੂੰ ਪੂਰਾ ਕਰ ਅਸੀਂ ਸਕਦਾ ਕਿਵੇਂ ਹੈ। ਜਾਣਾਂਗੇ? ਉਸ ਦੇ ਵਚਨ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ ਤੇ ਉਸ ਦੇ ਚਮਤਕਾਰਾਂ ਨੇ ਕਈਆਂ ਨੂੰ ਵਿਸ਼ਵਾਸ ਵਿੱਚ ਲੈ ਆਂਦਾ। ਇਹ ਉਹ ਹੈ। ਉਹ ਫਿਰ ਤੋਂ ਉੱਥੇ ਹੈ। ये कौन है? ਇਹ ਨਾਸਰਤ ਦਾ ਗੁਰੂ ਹੈ, ਯਿਸੂ। ਕੀ ਹਾਲ ਹੈ? ਠੀਕ ਆ। ਵਾਪਸ ਜਾ, ਤੇਰੇ ਇੱਥੇ ਕੋਈ ਲੋੜ ਨਹੀਂ। ਗੁਰੂ ਜੀ, ਇਸ ਨੂੰ ਛੱਡ ਦਿਓ। ਤੁਸੀਂ ਇਸ ਵੱਲ ਵੇਖ ਕੇ ਧੋਖਾ ਨਾ ਖਾਓ। ਮਰੀਮ, ਨਾਸਰਤ ਦਾ ਯਿਸੂ, ਤੈਨੂੰ ਸਾਡੇ ਕੋਲ ਕੀ ਕੰਮ ਹੈ? ਸਾਨੂੰ ਪਤਾ ਹੈ ਤੂੰ ਕੌਣ ਹੈ, ਪਵਿੱਤਰ ਪਰਮੇਸ਼ਵਰ। ਸ਼ਾਂਤ ਰਹਿ। ਦੁਸ਼ਟ ਆਤਮਾ, इस औरत चो निकल जाओ। ਉਹ ਮਰ ਚੁੱਕੀ ਹੈ। ਇਸਨੇ ਉਸ ਨੂੰ ਮਾਰ ਦਿੱਤਾ। वो उसने छून जा रहा है। ਨਹੀਂ, ਪਵਿੱਤਰ ਆਦਮੀ ਅਜਿਹੀ ਗੱਲ ਨਹੀਂ ਕਰੇਗਾ। मरियम, इब्राहिम दी बेटी। ਉਹ ਠੀਕ ਹੈ। ਜ਼ਿੰਦਾ ਹੋ ਗਈ ਹੈ। ਇਹ ਤਾਂ ਚਮਤਕਾਰ ਹੈ। ਇਹ ਆਦਮੀ ਕੌਣ ਹੈ? ਦੁਸ਼ਟ ਆਤਮਾਵਾਂ ਵੀ ਉਹਦੀ ਮੰਨਦੀਆਂ ਨੇ। एक चमत्कार है। ਇਹ ਇੱਕ ਚਮਤਕਾਰ ਹੈ। ਇਹ ਕਿਵੇਂ ਹੋ ਸਕਦਾ ਹੈ? ਧੰਨਵਾਦ। 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 ਧੰਨਵਾਦ।
ਉਸ ਦਿਨ ਤੋਂ ਮੈਂ ਉਸ ਦੀ ਚੇਲੀ ਬਣ ਗਈ। ਮੈਂ ਉਹ ਕਰਨਾ ਚਾਹੁੰਦੀ ਹਾਂ ਜਿਹੜਾ ਪਰਮੇਸ਼ਵਰ ਨੂੰ ਖੁਸ਼ ਕਰੇ। कई सालों तो मैं शर्मिंदगी विच सी, पर यशु ने मेरा आदर वापस किया। उसकी समर्थ ने उन्हां दुष्ट आत्मावां नूं कढिया। प्यारी बच्ची सफीरा, दीना, तुसी यसू दी सिੱਖਿਆ ਨੂੰ ਸੁਣਿਆ ਤੇ ਉਸਦੇ ਚਮਤਕਾਰ ਦੇਖੇ ਨੇ? ਹਾਂ। ਫਿਰ ਤੁਹਾਨੂੰ ਪਤਾ ਹੈ ਕਿ ਉਸਦੇ ਪਿੱਛੇ ਚੱਲਣ ਲਈ ਮੈਂ ਸਭ ਕੁਝ ਕਿਉਂ ਛੱਡ ਦਿੱਤਾ? ਤੇ ਮੈਂ ਇਕੱਲੀ ਨਹੀਂ ਸੀ। ਅਸੀਂ ਭੁੱਖੇ ਸੀ, ਸਰੀਰਕ ਅਤੇ ਆਤਮਿਕ ਤੌਰ ਤੇ, ਅਤੇ ਸਾਨੂੰ ਲੋੜ ਸੀ ਕਿ ਕੋਈ ਸਾਨੂੰ ਪਰਮੇਸ਼ਵਰ ਦਾ ਰਾਹ ਦਿਖਾਵੇ। ਕਈ ਸਾਲਾਂ ਦੀ ਨਿਰਾਸ਼ਾ ਤੇ ਸੰਘਰਸ਼ ਪਿੱਛੋਂ ਸਾਡੇ ਵਿੱਚੋਂ ਕੋਈ ਆਸ ਰੱਖਣ ਦੇ ਵੀ ਯੋਗ ਨਹੀਂ ਸੀ। ਫਿਰ ਵੀ ਯਸੂ ਨੇ ਆਸ ਦਿੱਤੀ ਜਿੱਥੇ ਕਿਤੇ ਵੀ ਹੋ ਗਿਆ। ਉਹ ਕੌਣ ਹੈ? ਇੱਕ ਜਵਾਨ ਆਦਮੀ, ਵਿਧਵਾ ਦਾ ਇਕਲੌਤਾ ਪੁੱਤਰ। नौजवाना उठ। ਸਾਡੇ ਵਿੱਚ ਮਹਾਨ ਨਬੀ ਉਤਰਿਆ ਹੈ। ਪਰਮੇਸ਼ਵਰ ਆਪਣੇ ਲੋਕਾਂ ਨੂੰ ਬਚਾਉਣ ਆਇਆ ਹੈ। ਜੇ ਤੁਸੀਂ ਆਪਣੇ ਪਿਆਰ ਕਰਨ ਵਾਲੇ ਨਾਲ ਪਿਆਰ ਕਰਦੇ ਹੋ ਤਾਂ ਤੁਹਾਨੂੰ ਅਸੀਸਾਂ ਕਿਉਂ ਮਿਲਣਗੀਆਂ? ਕਿਉਂਕਿ ਪਾਪੀ ਵੀ ਇੰਝ ਹੀ ਕਰਦੇ ਹਨ। ਜੇ ਤੁਸੀਂ ਭਲਾ ਕਰਨ ਵਾਲਿਆਂ ਨਾਲ ਭਲਾ ਕਰਦੇ ਹੋ ਤੁਹਾਨੂੰ ਅਸੀਸਾਂ ਕਿਉਂ ਮਿਲਣਗੀਆਂ? ਕਿਉਂਕਿ ਪਾਪੀ ਵੀ ਅਜਿਹਾ ਹੀ ਕਰਦੇ ਹਨ। ਉਹ ਉਸ ਨੂੰ ਕਿਵੇਂ ਛੂ ਸਕਦਾ ਹੈ? ਉਹ ਉਸ ਨਾਲ ਕਿਵੇਂ ਬੋਲ ਸਕਦਾ ਹੈ? ਨਹੀਂ, ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ ਅਤੇ ਉਹਨਾਂ ਨਾਲ ਭਲਾਈ ਕਰੋ ਅਤੇ ਕਿਸੇ ਚੀਜ਼ ਦੀ ਵਾਪਸੀ ਦੀ ਉਮੀਦ ਨਾ ਰੱਖੋ, ਅਤੇ ਫਿਰ ਤੁਸੀਂ ਵੱਡਾ ਪ੍ਰਤੀਫਲ ਪਾਓਗੇ ਅਤੇ ਤੁਸੀਂ ਪਰਮ ਪ੍ਰਧਾਨ ਪਰਮੇਸ਼ਵਰ ਦੇ ਪੁੱਤਰ ਕਹਿਲਾਓਗੇ। ਉਹ ਨਾ ਸ਼ੁਕਰੇ ਅਤੇ ਦੁਸ਼ਟਤਾ ਤੇ ਵੀ ਦਿਆਲੂ ਹੈ। ਦਿਆਲੂ ਬਣੋ ਜਿਵੇਂ ਤੁਹਾਡਾ ਪਰਮ ਪਿਤਾ ਦਿਆਲੂ ਹੈ। ਯਸੂ ਨੇ ਸਿਖਾਇਆ ਕਿ ਪਰਮੇਸ਼ਵਰ ਵੱਡੇ ਤੋਂ ਵੱਡੇ ਪਾਪੀ ਤੇ ਦੁਸ਼ਮਣ ਨੂੰ ਵੀ ਨਾਸ ਨਹੀਂ ਹੋਣ ਦਿੰਦਾ, ਪਰ ਗਵਾਚੀ ਹੋਈ ਭੇਡ ਵਾਂਗੂ ਉਸ ਨੂੰ ਉਹ ਲੱਭਦਾ ਤੇ ਸੰਭਾਲਦਾ ਹੈ। ਅਸੀਂ ਨਹੀਂ ਜਾਣਦੇ ਸੀ ਕਿ ਉਹਨਾਂ ਲੋਕਾਂ ਦੀ ਵੀ ਕਦਰ ਅਤੇ ਉਹਨਾਂ ਨੂੰ ਵੀ ਅਜਿਹਾ ਪਿਆਰ ਕੀਤਾ ਜਾਂਦਾ ਹੈ ਜਿਹੜੇ ਕਈ ਸਾਲਾਂ ਤੋਂ ਨੀਚ ਸਮਝੇ ਗਏ ਸਨ, ਅੱਧੀ ਨਸਲ ਵਾਲੇ, ਵਿਦੇਸ਼ੀ ਸੰਸਕਾਰਾਂ ਵਾਲੇ। ਉਹਨਾਂ ਲਈ ਵੀ ਯਸੂ ਨੇ ਸਾਮਰੀਆ ਚੋਂ ਗੁਜ਼ਰਨ ਦਾ ਰਸਤਾ ਚੁਣਿਆ। ਇਹ ਔਰਤ ਕੌਣ ਹੈ ਜਿਸ ਨੂੰ ਪਟਕਾ ਰਹੇ ਨੇ? ਉਹ ਸਾਮਰੀਏ। ਇਹ ਕਾਫੀ ਨਹੀਂ? ਆਓ ਅਸੀਂ ਭੋਜਨ ਖਰੀਦੀਏ। ਅਸੀਂ ਗੁਰੂ ਨੂੰ ਇੰਤਜ਼ਾਰ ਨਹੀਂ ਕਰਾ ਸਕਦੇ। ਕੀ ਤੂੰ ਮੈਨੂੰ ਪੀਣ ਲਈ ਪਾਣੀ ਦੇਵੇਂਗੀ? ਤੁਸੀਂ ਇੱਕ ਯਹੂਦੀ ਹੋ, ਮੈਂ ਇੱਕ ਸਾਮਰੀ ਹਾਂ। ਤੁਸੀਂ ਮੇਰੇ ਕੋਲੋਂ ਪਾਣੀ ਕਿਵੇਂ ਮੰਗ ਸਕਦੇ ਹੋ? ਜੇ ਤੂੰ ਪਰਮੇਸ਼ਰ ਦੇ ਵਰਦਾਨ ਨੂੰ ਜਾਣਦੀ ਅਤੇ ਇਹ ਵੀ ਜਾਣਦੀ ਕਿ ਉਹ ਕੌਣ ਹੈ ਜੋ ਤੈਨੂੰ ਕਹਿੰਦਾ ਕਿ ਪਾਣੀ ਪਿਲਾ, ਜੇਕਰ ਤੂੰ ਉਸ ਤੋਂ ਮੰਗਦੀ ਅਤੇ ਉਹ ਤੈਨੂੰ ਜੀਵਨ ਦਾ ਜਲ ਦਿੰਦਾ। ਸ਼੍ਰੀਮਾਨ, ਤੇਰੇ ਕੋਲ ਜਲ ਭਰਨ ਲਈ ਕੁਝ ਵੀ ਨਹੀਂ ਅਤੇ ਖੂਹ ਗਹਿਰਾ ਹੈ। ਤੇਰੇ ਕੋਲ ਜਲ ਕਿਵੇਂ ਆਇਆ? ਸਾਡੇ ਪਿਤਾ ਯਾਕੂਬ ਨੇ ਸਾਨੂੰ ਇਹ ਖੂਹ ਦਿੱਤਾ
ਉਸਨੇ ਉਸਦੀ ਸੰਤਾਨ ਅਤੇ ਉਸਦੇ ਪਸ਼ੂਆਂ ਨੇ ਇਸ ਤੋਂ ਜਲ ਪੀਤਾ। ਤੂੰ ਯਾਕੂਬ ਤੋਂ ਵੱਡਾ ਤਾਂ ਨਹੀਂ ਹੋ ਸਕਦਾ। ਕੀ ਹੋ ਸਕਦਾ ਹੈ? ਜੋ ਕੋਈ ਇਸ ਪਾਣੀ ਨੂੰ ਪੀਵੇਗਾ ਉਹ ਦੁਬਾਰਾ ਪਿਆਸਾ ਹੋ ਸਕਦਾ ਹੈ। ਜਿਹੜਾ ਜਲ ਮੈਂ ਤੁਹਾਨੂੰ ਪਿਲਾਉਂਦਾ ਹਾਂ, ਅਗਰ ਤੁਸੀਂ ਉਸ ਨੂੰ ਪੀਂਦੇ ਹੋ ਤਾਂ ਫਿਰ ਕਦੇ ਪਿਆਸੇ ਨਹੀਂ ਰਹੋਗੇ। ਪਰ ਜਿਹੜਾ ਜਲ ਮੈਂ ਦੇਵਾਂਗਾ ਉਹ ਜਿਸ ਝਰਨੇ ਚੋਂ ਨਿਕਲੇਗਾ ਉਹ ਅਨੰਤ ਜੀਵਨ ਤੱਕ ਵਗਦਾ ਰਹੇਗਾ। ਸ਼੍ਰੀਮਾਨ, ਮੈਨੂੰ ਉਹ ਜਲ ਦੇ ਦਿਓ ਤਾਂ ਜੋ ਮੈਂ ਫਿਰ ਕਦੀ ਪਿਆਸੀ ਨਾ ਹੋਵਾਂ ਅਤੇ ਨਾ ਹੀ ਇੰਨੀ ਦੂਰ ਜਲ ਭਰਨ ਆਵਾਂ। ਜਾ ਅਤੇ ਆਪਣੇ ਪਤੀ ਨੂੰ ਬੁਲਾ ਅਤੇ ਵਾਪਸ ਆ ਜਾ। ਮੈਂ ਬਿਨਾਂ ਪਤੀ ਦੇ ਹਾਂ। ਤੂੰ ਠੀਕ ਕਹਿੰਦੀ ਹੈ ਕਿ ਤੂੰ ਬਿਨਾਂ ਪਤੀ ਦੇ ਹੈ। ਤੂੰ 5 ਪਤੀ ਕਰ ਚੁੱਕੀ ਹੈ ਅਤੇ ਜਿਸ ਦੇ ਨਾਲ ਤੂੰ ਹੁਣ ਹੈ ਉਹ ਵੀ ਤੇਰਾ ਪਤੀ ਨਹੀਂ। ਤੂੰ ਮੈਨੂੰ ਸੱਚ ਦੱਸਿਆ ਹੈ। ਪ੍ਰਭੂ, ਮੈਨੂੰ ਲੱਗਦਾ ਹੈ ਕਿ ਤੂੰ ਨਬੀ ਹੈ। ਮੇਰੇ ਸਾਮਰੀ ਬਾਪ ਦਾਦਿਆਂ ਨੇ ਇਸ ਪਹਾੜ ਤੇ ਪਰਮੇਸ਼ਵਰ ਦੀ ਆਰਾਧਨਾ ਕੀਤੀ, ਪਰ ਤੁਸੀਂ ਯਹੂਦੀ ਕਹਿੰਦੇ ਹੋ ਕਿ ਯਰੂਸ਼ਲਮ ਉਹ ਜਗ੍ਹਾ ਹੈ ਜਿੱਥੇ ਸਾਨੂੰ ਪਰਮੇਸ਼ਵਰ ਦੀ ਆਰਾਧਨਾ ਕਰਨੀ ਚਾਹੀਦੀ ਹੈ। ਐ ਔਰਤ, ਤੂੰ ਮੇਰੇ ਤੇ ਭਰੋਸਾ ਰੱਖ ਕਿ ਸਮਾਂ ਆਉਂਦਾ ਹੈ ਜਦ ਨਾ ਤੇ ਤੁਸੀਂ ਪਹਾੜ ਤੇ ਆਰਾਧਨਾ ਕਰੋਗੇ ਅਤੇ ਨਾ ਹੀ ਯਰੂਸ਼ਲਮ। ਤੁਸੀਂ ਸਾਮਰੀ ਜਿਸ ਨੂੰ ਨਹੀਂ ਜਾਣਦੇ ਉਸ ਦੀ ਆਰਾਧਨਾ ਕਰਦੇ ਹੋ, ਪਰ ਸਮਾਂ ਆਉਂਦਾ ਹੈ ਤੇ ਆ ਗਿਆ ਹੈ ਜਦ ਸੱਚੇ ਭਗਤ ਪਿਤਾ ਪਰਮੇਸ਼ਰ ਦਾ ਭਜਨ ਆਤਮਾ ਅਤੇ ਸੱਚਾਈ ਨਾਲ ਕਰਨਗੇ। ਪਰਮੇਸ਼ਵਰ ਆਤਮਾ ਹੈ ਅਤੇ ਜ਼ਰੂਰੀ ਹੈ ਕਿ ਉਸ ਦੇ ਭਜਨ ਕਰਨ ਵਾਲੇ ਆਤਮਾ ਅਤੇ ਸੱਚਾਈ ਨਾਲ ਉਸ ਦਾ ਭਜਨ ਕਰਨ। ਇਹ ਉਹੀ ਔਰਤ ਹੈ। ਇਹ ਉਸ ਨਾਲ ਕੀ ਗੱਲ ਕਰ ਰਿਹਾ ਹੈ? ਕੀ ਉਹ ਜਾਣਦਾ ਹੈ ਕਿ ਇਹ ਕੌਣ ਹੈ? ਮੈਂ ਜਾਣਦੀ ਹਾਂ, ਮਸੀਹ ਆਵੇਗਾ ਅਤੇ ਉਹ ਜਦ ਆਵੇਗਾ ਤਾਂ ਸਾਨੂੰ ਸਭ ਕੁਝ ਦੱਸੇਗਾ। ਮੈਂ ਉਹੀ ਹਾਂ। ਆਓ, ਇੱਕ ਮਨੁੱਖ ਨੂੰ ਵੇਖੋ ਜਿਸ ਨੇ ਸਭ ਕੁਝ ਜੋ ਮੈਂ ਕੀਤਾ ਹੈ ਮੈਨੂੰ ਦੱਸ ਦਿੱਤਾ ਹੈ। ਕੀ ਇਹ ਮਸੀਹ ਹੋ ਸਕਦਾ ਹੈ? ਮਸੀਹ ਇੱਕ ਵਾਦਾ ਇਹ ਨਹੀਂ ਹੋ ਸਕਦਾ। ਆਓ ਅਤੇ ਦੇਖੋ, ਆਓ। ਗੁਰੂ ਜੀ, ਕੁਝ ਖਾ ਲਓ। ਮੇਰੇ ਕੋਲ ਖਾਣ ਲਈ ਅਜਿਹਾ ਭੋਜਨ ਹੈ ਜਿਸ ਦਾ ਤੁਹਾਨੂੰ ਪਤਾ ਨਹੀਂ। ਕੀ ਕੋਈ ਇਸ ਵਾਸਤੇ ਕੁਝ ਖਾਣ ਨੂੰ ਲਿਆਇਆ ਹੈ? ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਭੇਜਣ ਵਾਲੇ ਦੀ ਇੱਛਾ ਪੂਰੀ ਕਰਾਂ ਅਤੇ ਉਹ ਕੰਮ ਜੋ ਮੈਨੂੰ ਕਰਨ ਵਾਸਤੇ ਦਿੱਤਾ ਹੈ ਉਸ ਨੂੰ ਪੂਰਾ ਕਰਾਂ। ਹੁਣ ਖੇਤ ਪੱਕ ਚੁੱਕੇ ਹਨ ਅਤੇ ਕਟਾਈ ਲਈ ਤਿਆਰ ਹਨ। ਦੇਖੋ ਕਿੰਨੇ ਆ ਰਹੇ ਨੇ। ਇਹ ਖੁਸ਼ਖਬਰੀ ਸਾਮਰੀਆਂ ਲਈ ਵੀ ਹੈ। ਕਸਬੇ ਦੇ ਲੋਕ ਯਸੂ ਕੋਲ ਆਏ ਤੇ ਉਸ ਨੂੰ ਬੇਨਤੀ ਕਰਨ ਲੱਗੇ ਕਿ ਤੂੰ ਇੱਥੇ ਰਹਿ ਤੇ ਸਾਨੂੰ ਸਿਖਾ। ਅਸੀਂ 2 ਦਿਨ ਰਹੇ ਤੇ ਬਹੁਤ ਸਾਰੇ ਸਾਮਰੀਆਂ ਨੇ ਉਸ ਤੇ ਵਿਸ਼ਵਾਸ ਕੀਤਾ। ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਚਿੰਤਾ ਕਰਕੇ ਆਪਣੀ ਜੀਵਨ ਦੀ ਇੱਕ ਵੀ ਘੜੀ ਵਧਾ ਸਕੇ? ਇਸ ਲਈ ਜੇਕਰ ਤੁਸੀਂ ਛੋਟਾ ਜਿਹਾ ਕੰਮ ਵੀ ਨਹੀਂ ਕਰ ਸਕਦੇ ਤਾਂ ਹੋਰ ਗੱਲਾਂ ਦੀ ਚਿੰਤਾ ਕਿਉਂ ਕਰਦੇ ਹੋ? ਜੰਗਲੀ ਫੁੱਲਾਂ ਵੱਲ ਵੇਖੋ, ਉਹ ਕਿਵੇਂ ਵੱਧਦੇ ਹਨ। ਉਹ ਨਾ ਮਿਹਨਤ ਕਰਦੇ ਹਨ ਨਾ ਕੱਤਦੇ ਹਨ, ਫਿਰ ਵੀ ਸੁਲੇਮਾਨ ਬਾਦਸ਼ਾਹ ਉਹਨਾਂ ਦੇ ਬਰਾਬਰ ਇੱਕ ਵੀ ਕੱਪੜਾ ਨਾ ਪਾ ਸਕਿਆ। ਜੇ ਪਰਮੇਸ਼ਵਰ ਜੰਗਲੀ ਘਾਹ ਨੂੰ ਜਿਹੜਾ ਅੱਜ ਹੈ ਤੇ ਭਲਕੇ ਅੱਗ ਵਿੱਚ ਸੁੱਟਿਆ ਜਾਵੇਗਾ, ਇਹ ਕਿੰਨਾ ਜ਼ਰੂਰੀ ਹੈ ਕਿ ਉਸ ਨੂੰ ਪਾਉਂਦਾ ਹੈ ਤਾਂ ਤੁਹਾਨੂੰ ਵੀ ਪਵਾਏਗਾ। ਉਹ ਘੱਟ ਵਿਸ਼ਵਾਸੀਓ, ਸਾਡੇ ਵਿਸ਼ਵਾਸ ਨੂੰ ਵਧਾਓ। ਜੇ ਤੁਹਾਡਾ ਵਿਸ਼ਵਾਸ ਰਾਈ ਦੇ ਦਾਣੇ ਦੇ ਬਰਾਬਰ ਹੋਵੇ ਤਾਂ ਕਹੋ, ਹੇ ਤੂਤ ਦੇ ਦਰਖਤ, ਕਿ ਜੜ ਤੋਂ ਉਖੜ ਕੇ ਸਮੁੰਦਰ ਵਿੱਚ ਜਾ ਲੱਗ, ਤੇ ਉਹ ਤੁਹਾਡੀ ਮੰਨ ਲੇਗਾ। ਪਾਪੀ ਉੱਤੇ ਅਜ਼ਮਾਇਸ਼ ਦੀ ਘੜੀ ਤਾਂ ਆਉਂਦੀ ਹੈ,
ਪਰ ਹਾਏ ਉਸ ਮਨੁੱਖ ਤੇ ਜਿਸ ਦੇ ਕਾਰਨ ਦੁੱਖ ਆਉਂਦੇ ਹਨ। ਇਸ ਲਈ ਇਹ ਚੰਗਾ ਹੁੰਦਾ ਕਿ ਚੱਕੀ ਦਾ ਪਾਟ ਉਸ ਦੇ ਗਲੇ ਵਿੱਚ ਬੰਨ੍ਹ ਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ। ਪਰਮੇਸ਼ਵਰ ਦਾ ਰਾਜ ਕਿਸ ਤਰ੍ਹਾਂ ਦਾ ਹੈ? ਉਹ ਇਸ ਤਰ੍ਹਾਂ ਹੈ, ਕਿਸੇ ਮਨੁੱਖ ਨੇ ਰਾਈ ਦੇ ਦਾਣੇ ਨੂੰ ਲਿਆ ਅਤੇ ਉਸ ਨੂੰ ਖੇਤ ਵਿੱਚ ਬੀਜਿਆ। ਪੌਦਾ ਵੱਧ ਕੇ ਦਰਖਤ ਬਣਿਆ ਅਤੇ ਪੰਛੀਆਂ ਨੇ ਉਸ ਦੀਆਂ ਡਾਲੀਆਂ ਤੇ ਆਪਣਾ ਬਸੇਰਾ ਕੀਤਾ। ਮੈਨੂੰ ਪੱਕਾ ਪਤਾ ਨਹੀਂ ਕਿਸ ਬਾਰੇ ਗੱਲ ਕਰ ਰਿਹਾ ਹੈ। ਤੂੰ ਚੁੰਗੀ ਲੈਣ ਵਾਲਿਆਂ ਤੇ ਪਾਪੀਆਂ ਨਾਲ ਕਿਉਂ ਖਾਣਾ ਪੀਣਾ ਏ? ਪਾਪੀ ਤੰਦਰੁਸਤਾਂ ਨੂੰ ਹਕੀਮਾਂ ਦੀ ਲੋੜ ਨਹੀਂ ਹੁੰਦੀ, ਪਰ ਕੇਵਲ ਜਿਹੜੇ ਬਿਮਾਰ ਹਨ। ਮੈਂ ਮਾਨਯੋਗ ਲੋਕਾਂ ਦੇ ਪਛਤਾਵੇ ਲਈ ਨਹੀਂ ਆਇਆ, ਪਰ ਪਾਪੀਆਂ ਲਈ ਆਇਆ ਹਾਂ। ਜੇਕਰ ਮੈਂ ਕੇਵਲ ਉਸ ਦੇ ਪੱਲੇ ਨੂੰ ਹੀ ਛੂ ਲਵਾਂ, ਮੈਂ ਚੰਗੀ ਹੋ ਜਾਵਾਂਗੀ। ਮੈਨੂੰ ਕਿਸ ਨੇ ਛੂਇਆ ਹੈ? ਕਿਸੇ ਨੇ ਮੈਨੂੰ ਛੂਇਆ ਹੈ, ਕਿਉਂਕਿ ਮੇਰੇ ਅੰਦਰੋਂ ਸ਼ਕਤੀ ਨਿਕਲੀ ਹੈ। ਉਹ ਮੈਂ ਸੀ ਜਿਸਨੇ ਤੈਨੂੰ ਛੂਇਆ ਹੈ। ਮੈਨੂੰ 12 ਸਾਲਾਂ ਤੋਂ ਲਹੂ ਬਹਿਣ ਦਾ ਰੋਗ ਹੈ। ਜੋ ਕੁਝ ਮੇਰੇ ਕੋਲ ਸੀ ਮੈਂ ਵੈਦਾਂ ਨੂੰ ਦੇ ਦਿੱਤਾ, ਪਰ ਉਹ ਕੁਝ ਨਾ ਕਰ ਸਕੇ। ਪਰ ਜਦ ਮੇਰੀਆਂ ਉਂਗਲਾਂ ਨੇ ਤੇਰੇ ਪੱਲੇ ਨੂੰ ਛੂਇਆ, ਮੈਂ ਚੰਗੀ ਹੋ ਗਈ। बेटी, तेरे विश्वास ने तेनू चंगा कीता है। शांति नाल जा। धन्यवाद। ਉਹਨੇ ਉਸ ਨੂੰ ਬੇਟੀ ਕਿਹਾ? ਹਾਂ, ਜਿਹੜੇ ਸਾਡੀ ਵਿਵਸਥਾ ਅਨੁਸਾਰ 12 ਸਾਲਾਂ ਤੋਂ ਅਛੂਤ ਸਨ। ਉਸਨੇ ਉਸ ਦੀ ਸ਼ਰਮਿੰਦਗੀ ਦੇਖੀ ਅਤੇ ਉਸ ਨੂੰ ਆਦਰ ਦਿੱਤਾ। ਮੈਨੂੰ ਨਹੀਂ ਪਤਾ ਕਿ ਮਹਾਨ ਚੰਗਿਆਈ ਕੌਣ ਲਿਆਉਂਦਾ ਏ, ਯਸੂ ਦੀ ਸਮਰੱਥ ਜਾਂ ਉਸ ਦਾ ਤਰਸ। हे छोटे चुंड, ना डर, क्योंकि तेरे पिता ਦੀ ਮਰਜ਼ੀ ਹੈ ਕਿ ਤੈਨੂੰ ਰਾਜ ਮਿਲੇ। ਆਪਣੀ ਸਾਰੀ ਸੰਪत्ति ਵੇਚ ਕੇ ਗਰੀਬਾਂ ਨੂੰ ਦੇ ਦੇ। ਆਪਣੇ ਲਈ ਅਜਿਹਾ ਬਟੂਆ ਲੈ ਜੋ ਕਦੇ ਫਟਦਾ ਨਹੀਂ, ਅਤੇ ਆਪਣੇ ਲਈ ਸਵਰਗ ਵਿੱਚ ਧਨ ਇਕੱਠਾ ਕਰ ਜੋ ਕਦੇ ਨਹੀਂ ਘਟਦਾ, ਕਿਉਂਕਿ ਕੋਈ ਚੋਰ ਉਸ ਨੂੰ ਚੁਰਾ ਨਹੀਂ ਸਕਦਾ ਅਤੇ ਨਾ ਕੋਈ ਉਸ ਨੂੰ ਕੁੰਨ ਲੱਗਦਾ ਹੈ। ਕਿਉਂਕਿ ਜਿੱਥੇ ਤੇਰਾ ਧਨ ਹੈ ਉੱਥੇ ਤੇਰਾ ਮਨ ਵੀ ਲੱਗਾ ਰਹੇਗਾ। हे औरत, तू अपनी बीमारी तो आजाद है। देखो देखो चंगी हो गई, ये चमत्कार है। देखो देखो चंगी हो गई। आओ ये देखो। और चमत्कार। प्रभु दी स्तुति होवे। 18 ਸਾਲਾਂ ਤੋਂ ਪਰਮੇਸ਼ਵਰ ਤੈਨੂੰ ਸੁਖੀ ਰੱਖੇ। 6 ਦਿਨ ਨੇ ਜਿਸ ਵਿੱਚ ਕੰਮ ਕਰਨਾ ਚਾਹੀਦਾ ਹੈ, ਇਸ ਲਈ ਉਹਨਾਂ ਵਿੱਚੋਂ ਹੀ ਕਿਸੇ ਇੱਕ ਦਿਨ ਠੀਕ ਹੋਣ ਆਓ, ਪਰ ਸਬਤ ਦੇ ਦਿਨ ਨਹੀਂ। ਐ ਕਪਟਿਓ, ਕਿ ਤੁਹਾਡੇ ਵਿੱਚੋਂ ਸਬਤ ਦੇ ਦਿਨ ਹਰੇਕ ਆਪਣੇ ਬੈਲ ਜਾਂ ਗਧਿਆਂ ਨੂੰ ਪਾਣੀ ਪਿਲਾਉਣ ਨਹੀਂ ਲੈ ਜਾਂਦਾ। ਇਹ ਔਰਤ ਜਿਹੜੀ ਕਿ ਇਬਰਾਹਿਮ ਦੀ ਸੰਤਾਨ ਚੋਂ ਹੈ, ਜਿਸ ਨੂੰ ਸ਼ੈਤਾਨ ਨੇ 18 ਵਰਿਆਂ ਤੋਂ ਆਪਣੇ ਚੁੰਗਲ ਵਿੱਚ ਜਕੜ ਰੱਖਿਆ ਸੀ, ਕੀ ਉਸ ਨੂੰ ਸਬਤ ਦੇ ਦਿਨ ਛੁਡਾਉਣਾ ਠੀਕ ਨਹੀਂ?
ਗੁਰੂ ਜੀ ਇਹ ਔਰਤ ਦੁਰਾਚਾਰੀ ਕਰਨ ਦੇ ਅਪਰਾਧ ਵਿੱਚ ਫੜੀ ਗਈ ਸੀ। ਸਾਡੀ ਸ਼ਰ੍ਹਾ ਮੁਤਾਬਕ ਮੂਸਾ ਨੇ ਆਗਿਆ ਦਿੱਤੀ ਕਿ ਅਜਿਹੀ ਔਰਤ ਨੂੰ ਪੱਥਰ ਮਾਰ ਕੇ ਮਾਰ ਦੇਣਾ ਚਾਹੀਦਾ ਹੈ। ਪੱਥਰ ਮਾਰੋ, ਪੱਥਰ ਮਾਰੋ, ਪੱਥਰ ਮਾਰੋ। ਤੁਸੀਂ ਕੀ ਕਹਿੰਦੇ ਹੋ? ਗੁਰੂ, ਸਾਡੇ ਕੋਲ 2 ਗਵਾਹਾਂ ਦੀ ਗਵਾਹੀ ਹੈ। ਅਸੀਂ ਇਸ ਔਰਤ ਨਾਲ ਕੀ ਕਰੀਏ? ਤੁਹਾਡੇ ਵਿੱਚੋਂ ਜਿਸ ਨੇ ਕੋਈ ਪਾਪ ਨਹੀਂ ਕੀਤਾ ਉਹ ਪਹਿਲਾ ਪੱਥਰ ਮਾਰੇ। ਔਰਤ ਉਹ ਕਿੱਥੇ ਗਏ? ਕੀ ਇੱਥੇ ਕੋਈ ਵੀ ਨਹੀਂ ਬਚਿਆ ਜੋ ਤੇਰੇ ਤੇ ਦੋਸ਼ ਲਗਾ ਸਕੇ? कोई भी नहीं श्रीमान। ਤਾਂ ਮੈਂ ਵੀ ਤੇਰੇ ਤੇ ਦੋਸ਼ ਨਹੀਂ ਲਗਾਵਾਂਗਾ। ਹੁਣ ਜਾ ਅਤੇ ਆਪਣੇ ਪਾਪ ਦੀ ਜ਼ਿੰਦਗੀ ਛੱਡ ਦੇ। ਕਿਰਪਾ ਕਰਕੇ ਮੈਨੂੰ ਚੁੱਕੋ। ਕੇਵਲ ਮੇਰਾ ਮੋਢਾ? ਕੀ ਤੂੰ ਹੁਣ ਵੇਖ ਸਕਦਾ ਹੈ? ਮੈਂ ਯਿਸੂ ਨੂੰ ਵੇਖ ਸਕਦਾ। ਇਹ ਸ਼ਰ੍ਹਾ ਨੂੰ ਵਿਗਾੜ ਰਿਹਾ ਹੈ। ਇੱਕ ਬੀਜ ਬੋਣ ਵਾਲਾ ਬੀਜ ਬੋਣ ਨਿਕਲਿਆ। ਸਬਤ ਨੂੰ ਤੋੜ ਰਿਹਾ ਹੈ। ਬੋਂਦੇ ਸਮੇਂ ਉਸਦੇ ਕੁਝ ਬੀਜ ਰਸਤੇ ਵਿੱਚ ਡਿੱਗੇ। ਪਾਪੀਆਂ ਨਾਲ ਮਿਲ ਰਿਹਾ ਹੈ। ਜੇਕਰ ਅਸੀਂ ਇਸ ਨੂੰ ਇਸੇ ਤਰ੍ਹਾਂ ਜਾਣ ਦੇਈਏ, ਹਰੇਕ ਉਸ ਤੇ ਵਿਸ਼ਵਾਸ ਲਿਆਵੇਗਾ ਅਤੇ ਰੋਮੀ ਅਧਿਕਾਰੀ ਹਰਕਤ ਵਿੱਚ ਆਉਣਗੇ ਤੇ ਸਾਡੇ ਮੰਦਰ ਨੂੰ ਨਾਸ਼ ਕਰਨਗੇ। ਅਤੇ ਕੁਝ ਬੀਜ ਕੰਢੇ ਵਿੱਚ ਡਿੱਗ ਪਏ। ਉਹ ਪੌਦੇ ਬਣੇ। ਉਹ ਯਸੂ ਨੂੰ ਝਾਂਸਾ ਦੇਣ ਵਿੱਚ ਅਸਫਲ ਹੋਏ ਜਾਂ ਉਸ ਦੇ ਅਨੁਯਾਈਆਂ ਨੂੰ ਨਾ ਰੋਕ ਸਕੇ, ਪਰ ਉਹਨਾਂ ਨੇ ਫੈਸਲਾ ਕਰ ਲਿਆ ਕਿ ਵਾਅਦੇ ਦਾ ਮਸੀਹਾ ਬਣਨ ਦਾ ਉਸ ਦਾ ਦਾਅਵਾ ਬੰਦ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੇ ਉਸ ਨਾਲ ਧੋਖਾ ਕਰਨ ਲਈ ਕੋਈ ਬੰਦਾ ਲੱਭ ਲਿਆ। ਯਸੂ ਅਕਸਰ ਆਪਣੇ ਚੇਲਿਆਂ ਨੂੰ ਜੈਤੂਨ ਪਹਾੜ ਤੇ ਪ੍ਰਾਰਥਨਾ ਕਰਨ ਲੈ ਜਾਂਦਾ ਸੀ। ਉਸ ਰਾਤ ਉਹ ਬੜੀ ਪਰੇਸ਼ਾਨੀ ਵਿੱਚ ਸੀ। ਤੁਸੀਂ ਕਿਉਂ ਸੋ ਰਹੇ ਹੋ? ਉਠੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਅਜ਼ਮਾਇਸ਼ ਵਿੱਚ ਨਾ ਪਵੋ। ਯਹੂਦਾ, ਤੂੰ ਮੂੰਹ ਚੁੰਮ ਕੇ ਮਨੁੱਖ ਦੇ ਪੁੱਤਰ ਨੂੰ ਫੜਵਾਉਂਦਾ ਹੈ? प्रभु ਕੀ ਅਸੀਂ ਤਲਵਾਰ ਚਲਾਈਏ? ਫੜ ਲਓ ਇਹਨੂੰ। ਬਸ ਬਹੁਤ ਹੋ ਗਿਆ। ਕਿ ਤੁਸੀਂ ਮੈਨੂੰ ਚੋਰ ਸਮਝ ਕੇ ਤਲਵਾਰਾਂ ਤੇ ਡਾਂਗਾਂ ਨਾਲ ਫੜਨ ਆਏ ਹੋ? ਮੈਂ ਹਰ ਰੋਜ਼ ਤੁਹਾਡੇ ਨਾਲ ਮੰਦਰ ਵਿੱਚ ਹੁੰਦਾ ਸੀ, ਤੁਸੀਂ ਮੈਨੂੰ ਹੱਥ ਨਹੀਂ ਪਾਇਆ। ਪਰ ਹੁਣ ਇਹ ਤੁਹਾਡਾ ਵੇਲਾ ਹੈ ਅਤੇ ਹਨੇਰੇ ਦੀ ਤਾਕਤ ਦਾ ਰਾਜ ਹੈ। ਇਹਨੂੰ
ਫੜ ਲਓ। ਉਹਦੇ ਮਿੱਤਰ ਨੇ ਉਸ ਨੂੰ ਧੋਖਾ ਦਿੱਤਾ। ਉਸ ਦੇ ਇੱਕ ਆਪਣੇ ਚੇਲੇ ਨੇ। ਉਹ ਜਿਸ ਨੂੰ ਅਸੀਂ ਸਾਰੇ ਜਾਣਦੇ ਹਾਂ ਤੇ ਭਰੋਸਾ ਕਰਦੇ ਹਾਂ। ਇਸ ਦਾ ਚੰਗੀ ਤਰ੍ਹਾਂ ਧਿਆਨ ਰੱਖੋ। ਉਸ ਰਾਤ ਸਿਪਾਹੀਆਂ ਨੇ ਉਸ ਦਾ ਮਜ਼ਾਕ ਉਡਾਇਆ ਤੇ ਉਸ ਨੂੰ ਮਾਰਿਆ। ਭਲਾ ਦੱਸ ਖਾ ਤੈਨੂੰ ਕਿੰਨੇ ਮਾਰਿਆ? ਖਵਾਣੀਕਾਰ, ਹੁਣ ਅਗਲਾ ਤੈਨੂੰ ਕੌਣ ਮਾਰੇਗਾ? ਬੰਦ ਕਰੋ, ਮੈਂ ਕਹਿੰਦਾ ਹਾਂ ਬੰਦ ਕਰੋ। ਇਸ ਨੂੰ ਪੰਚਾਇਤ ਦੇ ਸਾਹਮਣੇ ਲਿਆਓ। ਸਾਨੂੰ ਦੱਸ ਕਿ ਤੂੰ ਹੀ ਮਸੀਹਾ ਹੈ? ਜੇਕਰ ਮੈਂ ਤੁਹਾਨੂੰ ਦੱਸਾਂ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੋਗੇ, ਅਤੇ ਜੇਕਰ ਮੈਂ ਤੁਹਾਨੂੰ ਕੋਈ ਪ੍ਰਸ਼ਨ ਪੁੱਛਾਂ ਤਾਂ ਤੁਸੀਂ ਮੈਨੂੰ ਉੱਤਰ ਨਹੀਂ ਦੇ ਸਕੋਗੇ। ਪਰ ਹੁਣ ਤੋਂ ਮਨੁੱਖ ਦਾ ਪੁੱਤਰ ਪਰਮ ਪ੍ਰਧਾਨ ਪਰਮੇਸ਼ਵਰ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ। ਕੀ ਤੂੰ ਪਰਮੇਸ਼ਵਰ ਦਾ ਪੁੱਤਰ ਹੈ? ਤੂੰ ਕਿੰਨਾ ਕਮਾਇਆ? ਉਹ ਕੁਫਰ ਬਕਦਾ ਏ। ਹੁਣ ਤੁਸੀਂ ਇਸ ਦਾ ਕੁਫਰ ਸੁਣਿਆ ਹੈ? ਅਸੀਂ ਆਪ ਸੁਣਿਆ ਜੋ ਇਸਨੇ ਕਿਹਾ ਹੈ। ਇਹ ਦੋਸ਼ੀ ਹੈ ਤੇ ਇਸ ਨੂੰ ਮਰਨਾ ਚਾਹੀਦਾ ਹੈ। ਅਸੀਂ ਇਹਨੂੰ ਪਿਲਾਤੁਸ ਕੋ ਲੈ ਜਾਵਾਂਗੇ। ਇਸ ਨੂੰ ਦੂਰ ਕਰੋ। ਇਸ ਲਈ ਉਹ ਉਸ ਨੂੰ ਰੋਮੀ ਹੁਕਮਰਾਨ ਪੈਂਤੁਸ ਪਿਲਾਤੁਸ ਦੇ ਸਾਹਮਣੇ ਲਿਆਏ। ਜ਼ਾਲਮ ਹੁਕਮਰਾਨ ਪਿਲਾਤੁਸ ਹਜ਼ਾਰਾਂ ਨੂੰ ਸਲੀਬੀ ਮੌਤ ਦੇਣ ਦਾ ਜ਼ਿੰਮੇਵਾਰ ਸੀ। ਤੁਸੀਂ ਇੰਨੀ ਸਵੇਰੇ ਸਵੇਰੇ ਇੱਥੇ ਕੀ ਚਾਹੁੰਦੇ ਹੋ? ਉਸਨੇ ਲੋਕਾਂ ਨੂੰ ਪੁੱਠੇ ਰਾਹ ਪਾਇਆ ਹੈ। ਇਸਨੇ ਮੰਦਿਰ ਦੇ ਬਾਜ਼ਾਰ ਵਿੱਚ ਖਲਬਲੀ ਮਚਾਈ ਏ। ਅਸੀਂ ਇਸ ਨੂੰ ਦੋਸ਼ੀ ਪਾਇਆ ਹੈ। ਸਮਰਾਟ ਨੂੰ ਚੁੰਗੀ ਦੇਣ ਤੋਂ ਮਨਾ ਕਰਦਾ ਹੈ। ਆਪਣੇ ਆਪ ਨੂੰ ਮਸੀਹ ਕਹਿੰਦਾ ਹੈ ਤੇ ਇੱਕ ਰਾਜਾ। ਇੱਕ ਰਾਜਾ? ਕੀ ਤੂੰ ਯਹੂਦੀਆਂ ਦਾ ਰਾਜਾ ਹੈ? ਤੂੰ ਠੀਕ ਆਖਿਆ। ਸਾਡੇ ਕੋਲ ਕੋਈ ਰਾਜਾ ਨਹੀਂ, ਪਰ ਹੁਕਮਰਾਨ ਹੈ। ਸਾਡੀ ਸ਼ਰ੍ਹਾ ਦੇ ਮੁਤਾਬਕ ਇਹਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਇਹ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਕਹਿੰਦਾ ਹੈ। ਇਸ ਆਦਮੀ ਨੇ ਕੋਈ ਐਸੀ ਗਲਤੀ ਨਹੀਂ ਕੀਤੀ ਕਿ ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਏ। ਇਸ ਲਈ ਮੈਂ ਇਸ ਨੂੰ ਕੋੜੇ ਮਰਵਾ ਕੇ ਛੱਡ ਦੇਣਾ। ਜੇਕਰ ਤੁਸੀਂ ਇਸ ਨੂੰ ਜਾਣਦੇ ਹੋਗੇ ਤਾਂ ਤੁਸੀਂ ਬਾਦਸ਼ਾਹ ਦੇ ਮਿੱਤਰ ਨਹੀਂ। ਇਹਨੂੰ ਸਲੀਬ ਤੇ ਚੜਾਓ। ਤੂੰ ਇਹਨੂੰ ਕੋੜੇ ਮਾਰ। ਜਿਹੜਾ ਵੀ ਕੋਈ ਆਪਣੇ ਆਪ ਨੂੰ ਬਾਦਸ਼ਾਹ ਕਹਿੰਦਾ ਹੈ ਉਹ ਸਮਰਾਟ ਦੇ ਵਿਰੁੱਧ ਹੁੰਦਾ ਹੈ। ਪਿਲਾਤੁਸ ਤੋਂ ਕਿਸ ਦਾ ਇੰਤਜ਼ਾਰ ਕਰ ਰਹੇ ਹੈ? ਇਹਨੂੰ ਦੂਰ ਕਰੋ, ਇਹਨੂੰ ਮਾਰ ਦਿਓ, ਇਹਨੂੰ ਸਲੀਬ ਦਿਓ। ਕਿਸ ਨੂੰ ਸਲੀਬ ਤੇ ਚੜਾਓ।
ਜੋ ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ ਨੇ। ਕਿ ਤੂੰ ਮਸੀਹਾ ਨਹੀਂ, ਆਪੂ ਵੀ ਬਚ ਤੇ ਸਾਨੂੰ ਵੀ ਬਚਾ। ਕੀ ਤੂੰ ਪਰਮੇਸ਼ਵਰ ਕੋਲੋਂ ਨਹੀਂ ਡਰਦਾ? ਇਸ ਨੂੰ ਵੀ ਉਹੀ ਸਜ਼ਾ ਮਿਲੀ ਹੈ ਜਿਹੜੀ ਸਾਨੂੰ, ਪਰ ਇਸਨੇ ਕੋਈ ਗੁਨਾਹ ਨਹੀਂ ਕੀਤਾ। ਮੈਨੂੰ ਯਾਦ ਰੱਖਿਓ ਯਿਸੂ, ਜਦੋਂ ਤੁਸੀਂ ਰਾਜਾ ਬਣ ਕੇ ਆਓਗੇ। ਮੈਂ ਵਾਅਦਾ ਕਰਦਾ ਹਾਂ ਕਿ ਅੱਜ ਹੀ ਤੂੰ ਮੇਰੇ ਨਾਲ स्वर्ग ਵਿੱਚ ਹੋਵੇਗਾ। ਅਤੇ ਦੁਪਹਿਰ ਦੇ ਵੇਲੇ 3 ਘੰਟਿਆਂ ਤੱਕ ਅਸਮਾਨ ਵਿੱਚ ਹਨੇਰਾ ਛਾਇਆ ਰਿਹਾ। पिता, मैं थोड़े हत्थों में अपनी आत्मा सौंपदा। परमेश्वर दी वड्याई होवे, सचमुच ये धर्मी मनुख सी। ਉੱਥੇ ਅਰਮਤੀਆ ਦੇ ਯੂਸੁਫ ਨਾਂ ਦਾ ਇੱਕ ਧਰਮੀ ਮਨੁੱਖ ਸੀ ਜਿਸਨੇ ਕਦੀ ਯਸੂ ਤੇ ਦੋਸ਼ ਨਹੀਂ ਸੀ ਲਗਾਇਆ। ਉਸਨੇ ਪੈਂਤੁਸ ਪਿਲਾਤੂਸ ਦੇ ਕੋਲ ਜਾ ਕੇ ਯਸੂ ਦੀ ਦੇਹ ਮੰਗੀ ਤਾਂ ਜੋ ਸਬਤ ਤੋਂ ਪਹਿਲਾਂ ਕਿਸੇ ਨਜ਼ਦੀਕੀ ਕਬਰ ਵਿੱਚ ਉਸ ਨੂੰ ਰੱਖ ਸਕੇ। ਸਾਨੂੰ ਮਾਫ ਕਰਿਓ, ਅਸੀਂ ਆਪਣੇ ਪ੍ਰਭੂ ਦੀ ਦੇਹ ਦੇ ਪਿੱਛੇ ਪਿੱਛੇ ਆ ਗਏ ਹਾਂ। ਸਭ ਨੂੰ ਜੀ ਆਇਆਂ ਨੂੰ, ਪਰ ਚੱਲੋ, ਸਬਤ ਦਾ ਦਿਨ ਆਉਣ ਵਾਲਾ ਹੈ। ਇਹ ਉਸ ਨੂੰ ਕਿਉਂ ਮਾਰ ਰਹੇ ਹਨ? ਜੇਕਰ ਉਹ ਪਰਮੇਸ਼ਰ ਵੱਲੋਂ ਸੀ ਤਾਂ ਉਸਨੇ ਉਹਨਾਂ ਨੂੰ ਮਾਰਨ ਦੀ ਆਗਿਆ ਕਿਉਂ ਦਿੱਤੀ? ਅਸੀਂ ਉਹ ਸਾਰੇ ਪ੍ਰਸ਼ਨ ਪੁੱਛੇ। ਯਸੂ ਦੁਸ਼ਟ ਆਤਮਾਵਾਂ ਤੇ ਵੀ ਅਧਿਕਾਰ ਰੱਖਦੇ ਸੀ, ਇੱਥੋਂ ਤੱਕ ਕਿ ਮੁਰਦੇ ਵੀ ਉਸ ਦੀ ਸੁਣਦੇ ਸਨ। ਕਿ ਉਸ ਨੂੰ ਰੋਕ ਨਹੀਂ ਸੀ ਸਕਦੇ। ਮੈਂ ਉਹਦੇ ਨਾਲ 3 ਸਾਲਾਂ ਤੱਕ ਚਲਦੀ ਰਹੀ, ਐਸੇ ਆਸ ਵਿੱਚ ਕਿ ਇਹ ਹੀ ਵਾਅਦੇ ਦਾ ਮਸੀਹਾ ਹੈ। ਪਰ ਉਹ ਤਾਂ ਹੁਣ ਚਲੇ ਗਏ ਤੇ ਮੈਂ ਕਿੱਥੇ ਜਾਵਾਂ? ਇਹ ਇੱਕ ਦੁੱਖ ਭਰੀ ਕਹਾਣੀ ਹੈ, ਪਰ ਇੱਕ ਸ਼ਾਨਦਾਰ ਅੰਤ ਸੀ। ਐਤਵਾਰ ਸਵੇਰੇ ਤੜਕੇ ਯਸੂ ਨੂੰ ਸਲੀਬ ਤੇ ਚੜਾਏ ਜਾਣ ਦੇ ਤੀਜੇ ਦਿਨ ਅਸੀਂ ਕਬਰ ਤੇ ਵਾਪਸ ਗਏ ਤਾਂ ਕਿ ਅਤਰ ਨੂੰ ਲਿਜਾ ਕੇ ਉਸ ਦੀ ਦੇਹ ਤੇ ਲਗਾ ਸਕੀਏ। ਤੇ ਪੱਥਰ ਸਰਕਿਆ ਹੋਇਆ ਸੀ। ਪਤਰਸ, ਯਾਕੂਬ, ਯੂਹੰਨਾ, ਸੁਣੋ। ਪੱਥਰ ਸਰਕਿਆ ਹੋਇਆ ਸੀ। ਅਸੀਂ ਅੰਦਰ ਗਏ ਪਰ ਸਾਡੇ ਪ੍ਰਭੂ ਦੀ ਦੇਹ ਉੱਥੇ ਨਹੀਂ ਸੀ। ਉਹ ਕਬਰ ਤੋਂ ਪ੍ਰਭੂ ਨੂੰ ਲੈ ਗਏ ਤੇ ਅਸੀਂ ਨਹੀਂ ਸੀ ਜਾਣਦੇ ਕਿ ਉਹਨਾਂ ਨੇ ਪ੍ਰਭੂ ਨੂੰ ਕਿੱਥੇ ਰੱਖਿਆ ਹੈ। ਕੀ ਸਾਡੇ ਪ੍ਰਭੂ ਦੀ ਦੇਹ ਉੱਥੇ ਨਹੀਂ ਸੀ? ਜਾਓ ਤੇ ਤੁਸੀਂ ਆਪ ਦੇਖੋ।
ਕਬਰ ਨੂੰ ਦੇਖ ਕੇ ਪਤਰਸ ਦੂਸਰੇ ਚੇਲਿਆਂ ਕੋਲ ਗਿਆ, ਪਰ ਮੈਂ ਬਾਹਰ ਰਹੀ, ਹੈਰਾਨ ਅਤੇ ਰੋਂਦੀ ਰਹੀ। ਜ਼ਰੂਰ ਸਿਪਾਹੀ ਉਸ ਨੂੰ ਲੈ ਗਏ ਹੋਣਗੇ ਜਾਂ ਫਰੀਸੀ। ਉਹਨਾਂ ਨੇ ਮਾਰਿਆ ਜਿਸ ਦੀ ਅਸੀਂ ਉਮੀਦ ਕੀਤੀ ਸੀ, ਪਰ ਘੱਟੋ ਘੱਟ ਉਸੇ ਦੇ ਤਾਂ ਰਹਿਣ ਦਿੰਦੇ। औरत तू क्यों रोंदी है? ਉਹ ਮੇਰੇ ਪ੍ਰਭੂ ਨੂੰ ਲੈ ਗਏ ਨੇ, ਪਰ ਪਤਾ ਨਹੀਂ ਕਿੱਥੇ ਰੱਖਿਆ ਹੈ। ਐ ਔਰਤ, ਤੂੰ ਕਿਉਂ ਰੋਨੀ ਹੈ ਅਤੇ ਕਿਸ ਨੂੰ ਭਾਲਦੀ ਹੈ? ਹਜ਼ੂਰ, ਜੇਕਰ ਤੁਸੀਂ ਉਹਨਾਂ ਨੂੰ ਲੈ ਗਏ ਹੋ ਤੇ ਮੈਨੂੰ ਦੱਸੋ ਤੁਸੀਂ ਉਹਨਾਂ ਨੂੰ ਕਿੱਥੇ ਰੱਖਿਆ ਹੈ, ਤਾਂ ਕਿ ਮੈਂ ਉਹਨਾਂ ਨੂੰ ਲੈ ਆਵਾਂ। ਮਰੀਮ। ਗੁਰੂ ਜੀ, ਮੈਨੂੰ ਨਾ ਛੂ, ਕਿਉਂਕਿ ਮੈਂ ਅਜੇ ਪਿਤਾ ਕੋਲ ਉੱਪਰ ਨਹੀਂ ਗਿਆ। ਪ੍ਰਭੂ ਤੁਸੀਂ ਜਿਉਂਦੇ ਹੋ। ਜਾ ਅਤੇ ਇਹ ਖਬਰ ਮੇਰੇ ਭਰਾਵਾਂ ਨੂੰ ਦੇ। ਤੁਸੀਂ ਸਾਨੂੰ ਭੁੱਲੇ ਨਹੀਂ ਹੈ, ਪਰਮੇਸ਼ਵਰ ਨੇ ਸਾਨੂੰ ਨਹੀਂ ਛੱਡਿਆ। ਉਹਨਾਂ ਨੂੰ ਦੱਸ, ਮੈਂ ਪ੍ਰਭੂ ਨੂੰ ਦੇਖਿਆ ਹੈ, ਮੈਂ ਮਸੀਹਾ ਨੂੰ ਦੇਖਿਆ ਹੈ। ਉਹ ਦੁਬਾਰਾ ਜਿੰਦਾ ਹੋ ਗਿਆ? ਹਾਂ। ਕਿਵੇਂ? ਮੌਤ ਉਸ ਨੂੰ ਸਮਾ ਨਾ ਸਕੀ। ਫਿਰ ਉਹ ਕਿਉਂ ਮਰਿਆ ਸੀ? ਮੌਤ ਤੇ ਜੇਤੂ ਹੋਣ ਲਈ। ਉਸ ਦਿਨ ਮੈਂ ਸਮਝੀ ਨਹੀਂ, ਪਰ ਯਸੂ ਜ਼ਿੰਦਾ ਹੋਣ ਪਿੱਛੋਂ ਕਈ ਵਾਰ ਸਾਡੇ ਸਾਹਮਣੇ ਪ੍ਰਗਟ ਹੋਇਆ ਤੇ ਉਸਨੇ ਸਾਨੂੰ ਸਿਖਾਇਆ। ਯਸੂ ਦੇ ਆਉਣ ਤੋਂ ਸੈਂਕੜੇ ਸਾਲ ਪਹਿਲਾਂ ਨਬੀਆਂ ਨੇ ਧਰਮ ਸ਼ਾਸਤਰ ਵਿੱਚ ਦੱਸਿਆ ਕਿ ਵਾਅਦੇ ਦਾ ਮਸੀਹਾ ਕਸ਼ਟ ਸਹੇਗਾ। ਯਸ਼ਾਇਆ ਲਿਖਦਾ ਹੈ, ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਉਹ ਸਾਡੀਆਂ ਬਦੀਆਂ ਲਈ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਤੇ ਉਸ ਦੇ ਮਾਰ ਖਾਣ ਤੇ ਅਸੀਂ ਨਰੋਏ ਕੀਤੇ ਗਏ। ਮੂਸਾ ਨਬੀ ਇਸ ਗੱਲ ਦੀ ਘੋਸ਼ਣਾ ਕਰਦਾ ਹੈ, ਜੇ ਕੋਈ ਦਰਖਤ ਤੇ ਟੰਗਿਆ ਜਾਂਦਾ ਸੀ ਉਹ ਪਰਮੇਸ਼ਵਰ ਵੱਲੋਂ ਸਰਾਪਤ ਹੁੰਦਾ ਹੈ। ਜਦ ਯਸੂ ਨੂੰ ਸਲੀਬ ਤੇ ਟੰਗਿਆ, ਉਸਨੇ ਆਪਣੇ ਆਪ ਤੇ ਸਰਾਪ ਲੈ ਲਿਆ, ਮੇਰਾ ਸਰਾਪ, ਪਾਪ ਅਤੇ ਮੌਤ ਦਾ। ਉਸ ਦੀ ਕੁਰਬਾਨੀ ਅਤੇ ਜੀਉਣਾ ਸਾਨੂੰ ਸ਼ੈਤਾਨ ਦੇ ਚੁੰਗਲ ਤੋਂ ਬਾਹਰ ਕੱਢਦਾ ਹੈ, ਹਨੇਰੇ ਦੀ ਸਮਰੱਥ ਤੋਂ ਬਚਾਇਆ ਹੈ ਤੇ ਸਾਨੂੰ ਜ਼ਿੰਦਗੀ ਦੇ ਡਰ ਅਤੇ ਸ਼ਰਮਿੰਦਗੀ ਤੋਂ ਬਚਾਇਆ ਹੈ। ਇਹ ਅਸੀਸ ਜਿਹੜੀ ਸਾਡੇ ਪੂਰਵਜ ਅਬਰਾਹਮ ਨੂੰ ਦਿੱਤੀ ਗਈ, ਜਦ ਉਸਨੇ ਇਹ ਗੱਲ ਦੀ ਘੋਸ਼ਣਾ ਕੀਤੀ ਕਿ ਲੋਕ ਉਸ ਦੁਆਰਾ ਅਸੀਸ ਪਾਉਣਗੇ। ਸਾਰੇ ਲੋਕ, ਇੱਥੋਂ ਤੱਕ ਕਿ ਜਨਾਨੀਆਂ ਵੀ। ਯਸੂ ਨੇ ਮੈਨੂੰ ਇਬਰਾਹਿਮ ਦੀ ਬੇਟੀ ਕਹਿ ਕੇ ਪੁਕਾਰਿਆ ਹੈ ਤੇ ਤੂੰ ਯਾਦ ਕਰਨ ਲਾਇਕ ਬੇਟੀ ਹੈ, ਇੱਕ ਬੇਟੀ ਜਿਹੜੀ ਅਸੀਸ ਪਾਉਣਾ ਚਾਹੁੰਦੀ ਹੈ, ਉਸ ਔਰਤ ਵਾਂਗ ਜਿਹੜੀ 12 ਸਾਲਾਂ ਤੋਂ ਲਹੂ ਬਹਿਣ ਦੀ ਬਿਮਾਰੀ ਨਾਲ ਪੀੜਿਤ ਸੀ। ਜਾਂ ਮੇਰੇ ਵਾਂਗ। ਹੁਣ ਸਾਡੇ ਵਿੱਚੋਂ ਕਿਸੇ ਨੂੰ ਵੀ ਡਰ ਅਤੇ ਸ਼ਰਮਿੰਦਗੀ ਵਿੱਚ ਜਿਉਣ ਦੀ ਲੋੜ ਨਹੀਂ। ਸਾਨੂੰ ਅਣਦੇਖਿਆਂ ਤੇ ਅਣਸੁਣਿਆਂ ਦੀ ਹੋਰ ਲੋੜ ਨਹੀਂ। ਯਸੂ ਆਪ ਕਹਿੰਦਾ ਹੈ, ਪ੍ਰਭੂ ਦੀ ਆਤਮਾ ਮੇਰੇ ਉੱਤੇ ਹੈ, ਕਿਉਂਕਿ ਉਸਨੇ ਮੈਨੂੰ ਚੁਣਿਆ ਹੈ ਤਾਂ ਜੋ ਗਰੀਬਾਂ ਲਈ ਖੁਸ਼ਖਬਰੀ ਲਿਆ ਸਕਾਂ। ਉਸਨੇ ਮੈਨੂੰ ਬੰਧੂਆਂ ਨੂੰ ਛੁਡਾਉਣ ਅਤੇ ਅੰਨ੍ਹਿਆਂ ਨੂੰ ਦ੍ਰਿਸ਼ਟੀ ਦੇਣ ਲਈ ਭੇਜਿਆ ਹੈ, ਕੁਚਲਿਆਂ ਹੋਇਆਂ ਨੂੰ ਛੁਡਾਉਣ ਲਈ ਭੇਜਿਆ ਹੈ, ਅਤੇ ਇਸ ਗੱਲ ਦੀ ਘੋਸ਼ਣਾ ਕਰਨ ਲਈ ਕਿ ਸਮਾਂ ਆ ਗਿਆ ਹੈ ਕਿ ਜਦ ਪਰਮੇਸ਼ਵਰ ਆਪਣੇ ਲੋਕਾਂ ਨੂੰ ਬਚਾਏਗਾ। ਯਸੂ ਨੇ ਲੋਕਾਂ ਨੂੰ ਛੂਇਆ। ਬੇਸ਼ੱਕ ਔਰਤਾਂ ਅਜਿਹੀਆਂ ਬਿਮਾਰੀਆਂ ਨਾਲ ਆਉਂਦੀਆਂ ਸਨ ਜਿਨ੍ਹਾਂ ਨਾਲ ਅਸ਼ੁੱਧ ਮੰਨੀਆਂ ਜਾਂਦੀਆਂ ਸੀ, ਉਸਨੇ ਉਹਨਾਂ ਨੂੰ ਵੀ ਚੰਗਾ ਕੀਤਾ। ਉਸਨੇ ਬੱਚਿਆਂ ਨੂੰ ਸਿਖਾਇਆ, ਆਦਮੀ ਤੇ ਔਰਤ, ਗਰੀਬ ਤੇ ਅਮੀਰ,
ਧਰਮੀ ਤੇ ਪਾਪੀ ਵਡਿਆਈ ਨੂੰ ਸੰਭਾਲੇ ਰੱਖਣ ਤੇ ਇਹ ਉਸ ਦੀ ਮਹਾਨ ਦਇਆ ਨੂੰ ਦਰਸਾਉਂਦਾ ਹੈ। ਉਹਨੇ ਲੋਕਾਂ ਨੂੰ ਚੰਗਿਆਈ ਦਿੱਤੀ, ਦੁਸ਼ਟ ਆਤਮਾਵਾਂ ਨੂੰ ਕੱਢਿਆ, ਮਨੁੱਖਾਂ, ਔਰਤਾਂ ਤੇ ਬੱਚਿਆਂ ਨੂੰ ਸ਼ੈਤਾਨ ਦੇ ਬੰਧਨ ਤੋਂ ਛੁਡਾਇਆ। ਇਹ ਉਸ ਦੇ ਅਧਿਕਾਰ ਦੁਸ਼ਟ ਤੇ ਸਾਰੀਆਂ ਆਤਮਾਵਾਂ ਬਾਰੇ ਦੱਸਦਾ ਹੈ। ਯਸੂ ਨੇ ਬੇਟੇ ਬੇਟੀਆਂ ਨੂੰ ਮੌਤ ਤੋਂ ਜ਼ਿੰਦਾ ਕੀਤਾ, ਦਿਖਾਉਂਦੇ ਹੋਏ ਕਿ ਉਸ ਕੋਲ ਸਮਰੱਥ ਹੈ, ਇੱਥੋਂ ਤੱਕ ਕਿ ਮੌਤ ਤੇ ਵੀ। ਬੇਸ਼ੱਕ ਸ਼ੈਤਾਨ ਅਤੇ ਦੁਸ਼ਟ ਆਤਮਾਵਾਂ ਵਿਸ਼ਵਾਸ ਕਰਦੀਆਂ ਨੇ ਕਿ ਯਸੂ ਨੂੰ ਸਲੀਬ ਤੇ ਟੰਗਿਆ ਤੇ ਜਿੱਤ ਪਾ ਲਈ, ਪਰ ਯਸੂ ਮੌਤ ਤੋਂ ਜੀ ਉੱਠਿਆ ਤੇ ਉਸਨੇ ਮੌਤ ਤੇ ਬੁਰਾਈ ਦੀਆਂ ਤਾਕਤਾਂ ਤੇ ਜਿੱਤ ਪਾ ਲਈ। ਕੀ ਉਹ ਮਸੀਹ ਸੀ? ਇਹ ਵਾਅਦਾ ਸਿਰਫ ਮਸੀਹਾ ਹੀ ਕਰ ਸਕਦਾ ਹੈ, ਜਿਸ ਨੂੰ ਪਰਮੇਸ਼ਵਰ ਨੇ ਭੇਜਿਆ, ਜੋ ਉਹ ਚਮਤਕਾਰ ਕਰ ਸਕਦਾ ਹੈ ਜਿਹੜੇ ਯਸੂ ਕਰਦਾ ਹੈ। ਅਤੇ ਸਿਰਫ ਅਜਿਹਾ ਤਰਸਵਾਨ ਅਤੇ ਸ਼ਕਤੀਸ਼ਾਲੀ ਤੇ ਵਿਸ਼ਵਾਸਯੋਗ ਯਸੂ ਹੀ ਸਾਡੇ ਭਰੋਸੇ ਤੇ ਆਰਾਧਨਾ ਦੇ ਲਾਇਕ ਹੈ। ਜਦ ਪਰਮੇਸ਼ਵਰ ਨੇ ਸੰਸਾਰ ਨੂੰ ਰਚਿਆ, ਉਸਨੇ ਆਦਮੀ ਤੇ ਔਰਤ ਬਣਾਏ ਜੋ ਉਸ ਦੀ ਹਜ਼ੂਰੀ ਵਿੱਚ ਰਹਿ ਸਕਣ ਤੇ ਉਸ ਦੇ ਆਨੰਦ ਨੂੰ ਮਹਿਸੂਸ ਕਰ ਸਕਣ। ਇਹ ਉਸ ਦੀ ਯੋਜਨਾ ਸੀ, ਪਰ ਅਸੀਂ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ ਤੇ ਉਸ ਦੀ ਆਗਿਆ ਨੂੰ ਤੋੜਿਆ। ਇਸ ਸ਼ਰਮਨਾਕ ਕੰਮ ਨੇ ਸਾਨੂੰ ਪਰਮੇਸ਼ਵਰ ਕੋਲੋਂ ਅਲੱਗ ਕੀਤਾ ਤੇ ਆਦਮੀ ਤੇ ਔਰਤ ਦੇ ਰਿਸ਼ਤੇ ਨੂੰ ਖਰਾਬ ਕੀਤਾ। ਅਸੀਂ ਵੀ ਉਸ ਨਾਫਰਮਾਨੀ ਨੂੰ ਜਾਰੀ ਰੱਖਿਆ। ਧਰਮ ਸ਼ਾਸਤਰ ਕਹਿੰਦਾ ਹੈ, ਕਿਉਂ ਜੋ ਕੋਈ ਵੀ ਮਨੁੱਖ ਨਹੀਂ ਜੋ ਪਾਪ ਨਾ ਕਰੇ, ਉਸ ਪਾਪ ਦਾ ਨਤੀਜਾ ਮੌਤ ਅਤੇ ਪਰਮੇਸ਼ਵਰ ਤੋਂ ਅਲੱਗ ਹੋਣਾ ਹੈ। ਪਰ ਪਰਮੇਸ਼ਵਰ ਖੁਸ਼ ਨਹੀਂ ਸੀ ਕਿ ਅਸੀਂ ਉਸ ਕੋਲੋਂ ਤੇ ਉਹਦੇ ਪਿਆਰ ਤੋਂ ਦੂਰ ਰਹੀਏ ਅਤੇ ਡਰ ਤੇ ਸ਼ਰਮਿੰਦਗੀ ਦੀ ਜ਼ਿੰਦਗੀ ਜੀਏ। ਤਦ ਉਸ ਤਰ੍ਹਾਂ ਜਿਵੇਂ ਕਿ ਉਸਨੇ ਇਬਰਾਹਿਮ ਦੇ ਪੁੱਤਰ ਦੀ ਜਗ੍ਹਾ ਮੇਮਨਾ ਮਰਨ ਲਈ ਦਿੱਤਾ, ਪਰਮੇਸ਼ਵਰ ਨੇ ਸਾਡੀ ਜਗ੍ਹਾ ਯਸੂ ਨੂੰ ਮਰਨ ਲਈ ਭੇਜਿਆ। ਯਸੂ ਦੀ ਜ਼ਿੰਦਗੀ ਤੇ ਮੌਤ ਅਤੇ ਉਸਦੇ ਜੀ ਉੱਠਣ ਨੇ ਪਰਮੇਸ਼ਵਰ ਅਤੇ ਉਹਨਾਂ ਸਾਰਿਆਂ ਦੇ ਰਿਸ਼ਤੇ ਨੂੰ ਬਚਾਈ ਰੱਖਿਆ ਜਿਹੜੇ ਪਿੱਛੇ ਮੁੜੇ ਅਤੇ ਉਸਦੇ ਅਨੁਯਾਈ ਬਣੇ। ਅਤੇ ਅਤ ਮਹਾਨ ਪਰਮੇਸ਼ਵਰ ਨਾਲ ਇਹ ਗੂੜਾ ਰਿਸ਼ਤਾ ਖਤਮ ਨਹੀਂ ਹੋਵੇਗਾ, ਭਾਵੇਂ ਅਸੀਂ ਮਰ ਵੀ ਜਾਈਏ। ਸਲੀਬ ਤੇ ਜਦ ਡਾਕੂ ਮਰ ਰਿਹਾ ਸੀ, ਤਦ ਉਸਨੇ ਯਸੂ ਤੇ ਵਿਸ਼ਵਾਸ ਕੀਤਾ ਅਤੇ ਯਸੂ ਨੇ ਉਸ ਨਾਲ ਵਾਅਦਾ ਕੀਤਾ, ਅੱਜ ਹੀ ਤੂੰ ਮੇਰੇ ਨਾਲ ਸਵਰਗ ਲੋਕ ਵਿੱਚ ਹੋਵੇਂਗਾ। ਜਿਹੜੇ ਆਪਣਾ ਭਰੋਸਾ ਯਸੂ ਤੇ ਰੱਖਦੇ ਨੇ ਅਖੀਰੀ ਨਿਆਂ ਤੋਂ ਬਚ ਜਾਣਗੇ ਅਤੇ ਪਰਮੇਸ਼ਵਰ ਨਾਲ ਸਦਾ ਰਹਿਣਗੇ। ਕਿਵੇਂ? ਵਿਸ਼ਵਾਸ ਨਾਲ ਉਸ ਦੇ ਪਿੱਛੇ ਚੱਲ ਕੇ। ਉਹ ਮੈਨੂੰ ਕਿਵੇਂ ਸਵੀਕਾਰ ਕਰੇਗਾ? ਉਸਨੇ ਮੈਨੂੰ ਤੇ ਮਰੀਮ ਨੂੰ ਸਵੀਕਾਰ ਕੀਤਾ। ਮੈਂ ਕਿਵੇਂ ਜਾਣ ਸਕਨੀ ਆ? ਉਸ ਤੇ ਵਿਸ਼ਵਾਸ ਰੱਖੋ, ਉਸ ਤੋਂ ਪੁੱਛੋ, ਉਸ ਨਾਲ ਗੱਲ ਕਰੋ। ਐ ਪਰਮੇਸ਼ਵਰ, ਮੇਰੇ ਸਵਰਗੀ ਪਿਤਾ, ਤੂੰ ਪਵਿੱਤਰ ਅਤੇ ਧਰਮੀ ਹੈ। ਤੇਰਾ ਧੰਨਵਾਦ ਕਿ ਤੂੰ ਮੈਨੂੰ ਪਿਆਰ ਕਰਦਾ ਹੈ। ਮੈਂ ਤੇਰੇ ਵਿਰੁੱਧ ਪਾਪ ਕੀਤਾ ਹੈ। ਤੇਰਾ ਧੰਨਵਾਦ ਕਿ ਤੂੰ ਵਾਅਦੇ ਦੇ ਮਸੀਹਾ ਯਸੂ ਨੂੰ ਭੇਜਿਆ, ਸ਼ਰਾਪ, ਸ਼ਰਮਿੰਦਗੀ ਅਤੇ ਦੋਸ਼ ਨੂੰ ਨਾਸ ਕੀਤਾ। ਧੰਨਵਾਦ ਕਿ ਉਹ ਮੇਰੇ ਵਾਸਤੇ ਮਰਿਆ। ਮੈਂ ਆਪਣੇ ਜੀਵਤ ਮੁਕਤੀ ਦਾਤਾ ਦੇ ਪਿੱਛੇ ਚੱਲਣਾ ਚਾਹੁੰਦੀ ਹਾਂ। ਧੰਨਵਾਦ ਮੈਨੂੰ ਮਾਫ ਕਰਨ ਲਈ ਅਤੇ ਸਵੀਕਾਰ ਕਰਨ ਲਈ। ਆਮੀਨ। 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 ਧੰਨਵਾਦ। ਧੰਨਵਾਦ। ਯਸੂ ਨੇ ਕਿਹਾ, ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ, ਮੈਂ ਉਹਨਾਂ ਨੂੰ ਜਾਣਦਾ ਹਾਂ ਤੇ ਮੇਰੇ ਪਿੱਛੇ ਚੱਲਦੀਆਂ ਨੇ। ਉਹ ਤੈਨੂੰ ਜਾਣਦਾ ਹੈ ਰਿਬਕਾ, ਅਤੇ ਉਹ ਤੈਨੂੰ ਪਿਆਰ ਕਰਦਾ ਹੈ। ਇਹ ਅਨੰਤ ਕਾਲ ਰਿਸ਼ਤੇ ਦੀ ਸ਼ੁਰੂਆਤ ਹੈ ਜਿਹੜਾ ਵਧੇਗਾ ਜਿਵੇਂ ਅਸੀਂ ਉਸ ਨੂੰ ਬਿਹਤਰ ਜਾਣਦੇ ਹਾਂ ਤੇ ਉਸ ਤੇ ਹੋਰ ਭਰੋਸਾ ਰੱਖਦੇ ਹਾਂ। ਅਸੀਂ ਉਸ ਦੇ ਵਚਨ ਨੂੰ ਮੰਨ ਕੇ ਅੱਗੇ ਵਧਦੇ ਹਾਂ, ਵਿਸ਼ਵਾਸ ਨਾਲ ਪ੍ਰਾਰਥਨਾ ਕਰਕੇ ਅਤੇ ਉਹਨਾਂ ਨਾਲ ਰਹਿ ਕੇ ਜਿਹੜੇ ਉਸ ਦੇ ਪਿੱਛੇ ਚੱਲਦੇ ਨੇ। ਅਸੀਂ ਦੂਸਰਿਆਂ ਨੂੰ ਦੱਸਦੇ ਹਾਂ ਤੇ ਦਿਮਾਗ ਵਿੱਚ ਰੱਖਦੇ ਹਾਂ ਕਿ ਯਸੂ ਨੇ ਕੀ ਕੀਤਾ। ਪਰਮੇਸ਼ਵਰ ਤੁਹਾਨੂੰ ਅਸੀਸ ਦੇਵੇ ਤੇ ਸੰਭਾਲੇ। ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ
ਮੈਨੂੰ ਦਿੱਤਾ ਗਿਆ ਹੈ। ਜਾਓ ਅਤੇ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਚੇਲੇ ਬਣਾਓ। ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਤੇ ਜਿਹੜੀ ਆਗਿਆ ਮੈਂ ਤੁਹਾਨੂੰ ਦਿੱਤੀ ਹੈ ਉਹਨੂੰ ਮੰਨਣਾ ਸਿਖਾਓ ਤੇ ਦੇਖੋ ਕਿ ਸੰਸਾਰ ਦੇ ਅੰਤ ਤੱਕ ਮੈਂ ਸਦਾ ਤੁਹਾਡੇ ਨਾਲ ਹਾਂ।